ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕੇਤਿਕ ਦਿਨ ਬੀਤੇ ਬਹਰ, ਬਲੀ ਕਠਨ ਸਭ ਹੂਨ। ਖਾਨ ਪਾਨ ਨਿਖਟਿਓ ਜਬੈ, ਛੁਦਤ ਤ੍ਰਿਪਤ ਕਿਸਹੂ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਨਿਤਾ ਪ੍ਰਤੀ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਹਾਜ਼ਰੀਆਂ ਭਰ ਕੇ ਪੰਥ ਦੇ ਵਾਲੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ। ਦੇਨ ਦੁਨੀਆ ਦਰ ਕਮੰਦੇ ਆਪਰੀ ਰੁਖਸਾਰ ਮਾ, ਲੋਕ ਤੇ ਪਰਲੋਕ ਦੇ ਸਾਰੇ ਸੁੱਖ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ਼ ਜੀ ਦੀ ਕੇਸ ਦੀ ਇੱਕ ਲੱਟ ਚਿਹਰੇ ਤੇ ਆਈ ਹੈ ਤਾਂ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਕਹਿੰਦੇ ਹੈ ਕਿ ਉਸ ਕੇਸਾਂ ਦੀ ਇੱਕ ਲੱਟ ਵਿੱਚ ਲੋਕ ਤੇ ਪਰਲੋਕ ਦੋਹਾਂ ਜਹਾਨਾਂ ਦੇ ਸੁੱਖ ਬੱਧੇ ਹੋਏ ਨੇ। ਜਿਹੜਾ ਦਰਸ਼ਨ ਕਰਦਾ ਹੈ ਕਲਗੀਧਰ ਦੇ ਸੋਹਣੇ ਸਰੂਪ ਦੇ, ਉਸ ਨੂੰ ਲੋਕ ਪਰਲੋਕ ਦੋਹਾਂ ਜਹਾਨਾਂ ਦੇ ਸੁੱਖ ਹਾਸਲ ਹੋ ਜਾਂਦੇ ਨੇ, ਪ੍ਰਾਪਤ ਹੋ ਜਾਂਦੇ ਨੇ। ਐਸੇ ਦੀਨ ਦਿਆਲ ਸਤਿਗੁਰੂ ਆਨੰਦਪੁਰ ਸਾਹਿਬ ਦੇ ਘੇਰੇ ਵਿੱਚ ਨੇ। ਦੁਸ਼ਮਣ ਨੇ ਚਾਰੇ ਪਾਸਿਓਂ ਘੇਰਾਬੰਦੀ ਕੀਤੀ ਹੋਈ ਹੈ। ਸਿੰਘਾਂ ਦੇ ਹੱਠ ਤਪ ਦਾ ਸਮਾਂ ਚੱਲ ਰਿਹਾ। ਤਕਰੀਬਨ 1703 ਤੋਂ ਲੈ ਕੇ 1800 ਤੱਕ ਕੁੱਲ ਮਿਲਾ ਕੇ 100 ਸਾਲ ਦਾ ਹੀ ਸਮਾਂ ਲਾ ਲਈਏ। ਇਹ ਸਮਾਂ ਖਾਲਸੇ ਦੇ ਤਪ ਦਾ ਸਮਾਂ ਹੈ। ਭਾਵੇਂ ਕਿ ਵਿੱਚ ਕੁਝ ਸਮੇਂ ਲਈ ਮਿਸਲਾਂ ਦੇ ਰਾਜ ਰਹੇ, ਪਰ ਇਹ ਬੜਾ ਮਸ਼ੱਕਤ ਭਰਿਆ ਸਮਾਂ ਸੀ ਖਾਲਸੇ ਪੰਥ ਦਾ, ਕਿਉਂਕਿ ਤਪ ਤੋਂ ਹੀ ਬਾਅਦ ਰਾਜ ਪ੍ਰਾਪਤ ਹੁੰਦਾ ਹੈ। ਆਨੰਦਪੁਰ ਸਾਹਿਬ ਦੇ ਘੇਰੇ ਵਿੱਚ ਸਿੰਘ ਦੁਸ਼ਮਣ ਦਲ ਦੇ ਘੇਰੇ ਵਿੱਚ ਇੱਕ ਪ੍ਰਕਾਰ ਦੀ ਤਪ ਦੀ ਸਾਧਨਾ ਹੀ ਕਰ ਰਹੇ ਨੇ। ਭੁੱਖ ਦਾ ਦੁੱਖ ਬੜਾ ਡਾਢਾ ਹੈ, ਉਹ ਸਰੀਰ ਤੇ ਚੱਲਦੇ ਨੇ। ਕਦੇ ਗੁਰੂ ਲੰਗਰਾਂ ਵਿੱਚੋਂ ਛਕਣ ਨੂੰ ਪ੍ਰਾਪਤ ਹੁੰਦਾ ਹੈ, ਕਮਰ ਕੱਸੇ ਕਰਕੇ ਫਿਰ ਜੰਗ ਦੇ ਮੈਦਾਨ 'ਚ ਲੜਦੇ ਨੇ, ਜੂਝਦੇ ਨੇ। ਆਓ ਆਪਣੇ ਵੱਡਿਆਂ ਦਾ ਇਹ ਪਵਿੱਤਰ ਇਤਿਹਾਸ ਸਰਵਣ ਕਰੀਏ। ਇਹ ਸਾਡੇ ਵਡੇਰੇ ਨੇ ਜਿਨ੍ਹਾਂ ਦੇ ਵਿਰਸੇ ਦੇ ਅਸੀਂ ਵਾਰਸ ਹਾਂ। ਮਨ ਬਿਰਤੀਆਂ ਇਕਾਗਰ ਕਰੀਏ। ਸਾਹਿਬੇ ਕਮਾਲ ਪੰਥ ਦੇ ਵਾਲੀ, ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ, ਦੇਗ ਔਰ ਤੇਗ ਕੇ ਧਨੀ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ
केतिक दिन बीते बहर बनी कठन सब हून। ਕੁਝ ਦਿਨ ਬੀਤ ਗਏ ਪਰ ਪੰਥ ਵਾਸਤੇ ਖਾਲਸੇ ਵਾਸਤੇ ਔਖਿਆਈ ਬਣੀ ਹੋਈ। ਔਖਾ ਸਮਾਂ ਹੈ ਜਾਂ ਇਸ ਤਰ੍ਹਾਂ ਕਹਿ ਲਈਏ ਪੰਥ ਦੇ ਪਰਚੇ ਦਾ ਸਮਾਂ ਹੈ। ਇਹ ਇਮਤਿਹਾਨ ਦਾ ਸਮਾਂ ਹੈ, ਕਿਉਂਕਿ ਜਿੰਨੀ ਵੱਡੀ ਪੜ੍ਹਾਈ ਕੋਈ ਪੜ੍ਹਦਾ ਤੇ ਉਹਦੇ ਇਮਤਿਹਾਨ ਵੀ ਉਤਨੇ ਕਰੜੇ ਹੁੰਦੇ ਆ। ਇਹ ਪੰਥ ਦੇ ਇਮਤਿਹਾਨ ਦਾ ਸਮਾਂ, ਪਰਚਿਆਂ ਦਾ ਸਮਾਂ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਿੰਘ ਜਦੋਂ ਕੁਝ ਦਿਨ ਹੋਰ ਬੀਤ ਗਏ ਆਨੰਦਪੁਰ ਸਾਹਿਬ ਵਿੱਚ, ਤੇ ਬੜਾ ਔਖਾ ਸਮਾਂ ਤਨ ਦੇ ਉੱਤੇ ਆਣ ਬਣਿਆ। खान पान निखुट्यो जबै छुदत तृप्त किसहू ना। ਖਾਨ ਪਾਨ ਨਿਖੁੱਟ ਗਿਆ, ਯਾਨੀ ਕਿ ਭੋਜਨ ਜਿਹੜਾ ਹੈ ਉਹ ਪ੍ਰਾਪਤ ਨਹੀਂ ਹੁੰਦਾ। ਪਾਨ ਦਾ ਮਤਲਬ ਜਿਵੇਂ ਆਪਾਂ ਪ੍ਰਸ਼ਾਦਾ ਕਹਿਣਾ ਹੋਵੇ ਤੇ ਪ੍ਰਸ਼ਾਦੇ ਨਾਲ ਆਪਾਂ ਨਾਲ ਖਾਣਾ ਪੀਣਾ ਵੀ ਕਹਿ ਦਿੰਦੇ ਹਾਂ, ਯਾਨੀ ਕਿ ਜਲ ਦੀ ਵੀ ਲੋੜ ਹੁੰਦੀ ਹੈ। ਭਾਵੇਂ ਕਿ ਜਲ ਦੀ ਕੋਈ ਕਿੱਲਤ ਨਹੀਂ ਸੀ ਆਨੰਦਪੁਰ ਸਾਹਿਬ 'ਚ, ਪਰ ਭੋਜਨ ਦੀ ਬੜੀ ਸਮੱਸਿਆ। ਰਸਤਾਂ ਬਸਤਾਂ ਜਿਹੜੀਆਂ ਸਨ ਲੰਗਰਾਂ ਵਿੱਚ ਉਹ ਮਸਤਾਨੀਆਂ ਹੋਈਆਂ ਹਨ। चौपई मार्ग घाटे रोकन करे। ਆਨੰਦਪੁਰ ਸਾਹਿਬ ਨੂੰ ਆਉਣ ਵਾਲੇ ਜਿਤਨੇ ਰਸਤੇ ਨੇ, ਪਹਾੜਾਂ ਵਿੱਚ ਜਿਤਨੇ ਘਾਟੇ ਰਾਹ ਹਨ, ਉਹ ਸਾਰੇ ਰਸਤੇ ਨਾ ਪਹਾੜੀਆਂ ਤੇ ਤੁਰਕਾਂ ਨੇ ਰੋਕੇ ਹੋਏ ਨੇ। थल थल प्रत सावधानी धरे। ਥਾਂ ਥਾਂ ਪ੍ਰਤੀ ਸਿੰਘਾਂ ਦੀ ਸਾਵਧਾਨੀ ਹੈ, ਔਰ ਉਧਰੋਂ ਬਾਹਰਲੇ ਪਾਸੋਂ ਦੁਸ਼ਮਣਾਂ ਦੀ ਸਾਵਧਾਨੀ ਹੈ। ਉਹ ਪੂਰੀ ਸਾਵਧਾਨੀ ਦੇ ਨਾਲ ਰਸਤਿਆਂ ਨੂੰ ਰੋਕ ਕੇ ਖੜੇ ਹਨ। मरे सिंह बाहर जिस दिन ते। ਕੁਝ ਦਿਨ ਪਹਿਲਾਂ ਸਿੰਘ ਬਾਹਰ ਗਏ ਸਨ ਇੱਕ ਨਗਰ ਦੇ ਵਿੱਚ ਜਾ ਕੇ ਰਸਤ-ਬਸਤ ਲਿਆਉਣ ਲਈ, ਪਰ ਦੁਸ਼ਮਣਾਂ ਨੇ ਘੇਰ ਕੇ ਉਹਨਾਂ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਸੀ। ਜਿਸ ਦਿਨ ਤੋਂ ਸਿੰਘ ਬਾਹਰ ਸ਼ਹੀਦ ਹੋਏ ਹਨ, बरजन पे सतगुरु बचन ते। ਉਸ ਦਿਨ ਤੋਂ ਬਾਅਦ ਬਾਕੀ ਜਿਹੜੇ ਸਿੰਘ ਸਨ ਉਹ ਗੁਰੂ ਬਚਨਾਂ ਕਰਕੇ ਵਰਜੇ ਹੋਏ, ਕਿਉਂਕਿ ਸਤਿਗੁਰਾਂ ਨੇ ਵਰਜ ਦਿੱਤਾ ਸੀ ਕਿ ਦੁਸ਼ਮਣ ਨੂੰ ਪਤਾ ਲੱਗ ਗਿਆ ਕਿ ਸਿੰਘ ਇਹਨਾਂ ਰਸਤਿਆਂ ਤੋਂ ਬਾਹਰ ਆਉਂਦੇ ਨੇ, ਇਸ ਕਰਕੇ ਹੁਣ ਬਾਹਰ ਜਾਣਾ ਠੀਕ ਨਹੀਂ ਹੈ। ਤੋ ਸਤਿਗੁਰਾਂ ਦੇ ਵਰਜੇ ਹੋਏ ਜਿਹੜੇ ਸਿੰਘ ਸਨ ਹੁਣ ਅੰਦਰ ਹੀ ਹਨ। ਲੈਬੇ ਹੇਤ ਅੰਨ ਕੋ ਫੇਰੇ। ਹੁਣ ਅੰਨ ਲੈਣ ਵਾਸਤੇ ਦੁਬਾਰਾ ਗਮਨੇ ਨਹੀਂ ਪਰੇ ਵਿੱਚ ਘੇਰੇ। ਬਾਹਰ ਸਿੰਘ ਨਹੀਂ ਗਏ, ਅੰਦਰ ਘੇਰੇ ਦੇ ਵਿੱਚ ਹੀ ਰਹੇ। ਲਰਬੇ ਹੇਤ ਨਿਕਸਨ ਤਜੈ ਹੈ। ਹਾਂ, ਜਦੋਂ ਕਿਤੇ ਦੁਸ਼ਮਣਾਂ ਦੇ ਦਲ ਦੀ ਫੌਜ ਨੇੜੇ ਤੇੜੇ ਆਉਂਦੀ ਹੈ ਤਾਂ ਉਹਨਾਂ ਨਾਲ ਲੜਨ ਵਾਸਤੇ ਸਿੰਘ ਜ਼ਰੂਰ ਕਿਲਿਆਂ ਵਿੱਚੋਂ ਬਾਹਰ ਨਿਕਲ ਕੇ ਜਾਂਦੇ ਨੇ। ਭਾਵੇਂ ਪ੍ਰਸ਼ਾਦਾ ਨਹੀਂ ਛਕਿਆ, ਸਰੀਰ 'ਚ ਤਾਣ ਨਹੀਂ ਹੁੰਦਾ, ਬਲ ਨਹੀਂ ਹੁੰਦਾ, ਪਰ ਦੁਸ਼ਮਣ ਨੂੰ ਵੇਖ ਕੇ ਫਿਰ ਰੋਹ ਚੜ ਜਾਂਦਾ ਸਿੰਘਾਂ ਵਿੱਚ। ਗੁਰੂ ਸਾਹਿਬ ਦਾ ਪ੍ਰੇਮ ਇੱਕ ਰੰਗ ਭਰ ਦਿੰਦਾ ਹੈ, ਔਰ ਜੰਗ ਦੇ ਮੈਦਾਨ 'ਚ ਜਾ ਕੇ ਦੁਸ਼ਮਣ ਆਪਣੀ ਕਮੀ ਨਹੀਂ, ਸਿੰਘ ਆਪਣੀ ਕਮੀ ਨਹੀਂ ਵਿਖਾਉਂਦੇ। ਇਹ ਨਹੀਂ ਵਿਖਾਉਂਦੇ ਕਿ ਅਸੀਂ ਕਮਜ਼ੋਰ ਹਾਂ, ਆਪਣੀ ਕਮਜ਼ੋਰੀ ਨਹੀਂ ਵਿਖਾਉਂਦੇ। ਬੜੇ ਬਲ ਨਾਲ, ਸੂਰਬੀਰਤਾ ਦੇ ਨਾਲ ਜਾ ਕੇ ਦੁਸ਼ਮਣਾਂ ਨਾਲ ਲੜਦੇ ਹਨ। ਅਧਿਕ ਛੁਦਤ ਹੀ ਜੰਗ ਮਚੈ ਹੈ। ਪੇਟ ਵਿੱਚ ਡਾਢਾ ਦੁੱਖ ਹੈ ਭੁੱਖ ਦਾ, ਪਰ ਲੱਕਾਂ ਕਮਰ ਕੱਸਿਆਂ ਨਾਲ ਬੱਧੀਆਂ ਹੋਈਆਂ ਨੇ, ਘੁੱਟ ਕੇ ਪੇਟ ਬੱਧੇ ਹੋਏ ਨੇ ਕਮਰ ਕੱਸਿਆਂ ਨਾਲ, ਔਰ ਬੜੀ ਵੀਰਤਾ ਨਾਲ ਜੰਗ ਦੇ ਮੈਦਾਨ ਵਿੱਚ ਸਿੰਘ ਲੜਦੇ ਹਨ। ਤਰਵਰ ਕੀ ਛੀਲਕ ਲੈ ਕੋਈ। ਕਈ ਸਿੰਘਾਂ ਨੇ ਦਰਖਤਾਂ ਦੀਆਂ ਛਿੱਲਾਂ ਲਾਈਆਂ ਹੋਈਆਂ ਨੇ ਤੇ ਦਰਖਤਾਂ ਦੀਆਂ ਛਿੱਲਾਂ ਲੈ ਕੇ ਹਾਵੈ ਰੀਦਨ ਕਰ ਕਰ ਸੋਈ। ਕੁਝ ਹੋਰ ਨਹੀਂ ਮਿਲਦਾ ਛਕਣ ਨੂੰ ਤੇ ਫਿਰ ਉਹ ਛਿੱਲਾਂ ਨੂੰ ਰਿੰਨ ਰਿੰਨ ਕੇ ਛਕਦੇ ਹਨ। ਘਾਸ ਕੇ ਬੂਟਾ ਦਲ ਫਲ ਲੇਤ। ਘਾਹ ਦੇ ਬੂਟੇ ਮਿਲ ਜਾਣ ਉਹਦਾ ਸਾਗ ਰਿੰਨ ਲੈਂਦੇ ਨੇ। ਜੇ ਕੋਈ ਫੁੱਲ ਮਿਲ ਜਾਂਦਾ ਫੁੱਲ ਖਾ ਲੈਂਦੇ ਨੇ, ਜੇ ਕੋਈ ਫਲ ਮਿਲ ਜਾਂਦਾ ਫਲ, ਜੇ ਕਿਸੇ ਦਰਖਤਾਂ ਦੇ ਵੈਸੇ ਪੱਤੇ ਵੀ ਨਹੀਂ ਰਹੇ, ਜੇ ਕੋਈ ਪੱਤੇ ਮਿਲ ਜਾਂਦੇ ਨੇ ਤਾਂ ਉਹਨਾਂ ਪੱਤਿਆਂ ਨੂੰ ਰਿੰਨ ਕੇ ਖਾਂਦੇ ਹਨ। ਅਚਵਹਿ ਪ੍ਰਾਨ ਰੱਖ ਬੇਹੇਤ। ਆਪਣੇ ਪ੍ਰਾਣ ਰੱਖਣ ਵਾਸਤੇ ਕਿ ਸਰੀਰ ਵਿੱਚ ਪ੍ਰਾਣ ਰਹਿ ਜਾਣ, ਕਿਉਂਕਿ ਗੁਰੂ ਪਾਤਸ਼ਾਹ ਵਾਸਤੇ ਪ੍ਰਾਣ ਲੇਖੇ ਲਾਉਣੇ ਨੇ,
ਤੋ ਪ੍ਰਾਣਾਂ ਦੀ ਰਾਖੀ ਵਾਸਤੇ ਇਹ ਘਾਹ ਫੂਸ ਆਦਿਕ ਜਾਂ ਦਰਖਤਾਂ ਦੇ ਪੱਤੇ ਛਿੱਲਾਂ ਇਹ ਖਾ ਕੇ ਸਿੰਘ ਆਪਣਾ ਸਮਾਂ ਪਾਸ ਕਰ ਰਹੇ ਨੇ। ਕੇ ਚਿਤ ਗੁਰਬਾਣੀ ਪਠ ਕਰਕੇ ਜਿਨ੍ਹਾਂ ਨੂੰ ਗੁਰਬਾਣੀ ਦਾ ਆਧਾਰ ਹੈ ਉਹ ਗੁਰਬਾਣੀ ਦੇ ਆਸਰੇ ਨੇ। ਬਹੁਤ ਸਾਰੇ ਸਿੰਘ ਐਸੇ ਵੀ ਨੇ ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਨੂੰ ਪੜ੍ਹਦੇ ਹਨ, ਇਸੀ ਆਸਰੇ ਰਹਿਤ ਵਿਚਰ ਕੇ ਔਰ ਗੁਰਬਾਣੀ ਦੇ ਆਸਰੇ ਤੇ ਹੀ ਰਹਿੰਦੇ ਨੇ। ਉਹਨਾਂ ਦੇ ਅੰਦਰ ਗੁਰਬਾਣੀ ਦਾ ਆਧਾਰ ਬਣਿਆ ਹੋਇਆ, ਉਹਨਾਂ ਨੂੰ ਭੁੱਖ ਤਰੇ ਨਹੀਂ ਵਿਆਪਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਬਾਣੀ ਦਾ ਆਧਾਰ, ਗੁਰਬਾਣੀ ਦਾ ਆਸਰਾ ਉਹਨਾਂ ਸਿੱਖਾਂ ਦੇ ਅੰਦਰ ਹੈ। ਮੁਨੀ ਹੋਤ ਜਿਮ ਪਾਉਨ ਆਹਾਰੀ, ਜਿਵੇਂ ਵੱਡੇ ਵੱਡੇ ਮੁਨੀ ਹੁੰਦੇ ਨੇ ਨਾ, ਮੁਨੀ ਰਿਸ਼ੀ ਮੁਨੀ, ਉਹ ਪੌਣ ਆਹਾਰੀ ਹੋ ਜਾਂਦੇ ਨੇ, ਭੋਜਨ ਤੋਂ ਬਿਨਾਂ ਵੀ ਰਹਿਣਾ ਸ਼ੁਰੂ ਕਰ ਦਿੰਦੇ ਆ। ਔਰ ਵੇਖੋ ਕੁਦਰਤ ਇਹੋ ਜੀ ਕਲਾ ਵਰਤਾਉਂਦੀ ਹੈ ਕਿ ਅਧਿਆਤਮਕ ਬਲ ਦੇ ਦੁਆਰਾ ਹੀ ਉਹਨਾਂ ਦੇ ਸਰੀਰ ਦੀ ਰੱਖਿਆ ਹੁੰਦੀ ਰਹਿੰਦੀ ਹੈ। ਪਵਨ ਖਾ ਪੀ ਕੇ ਜਿਉਂਦੇ ਰਹਿੰਦੇ ਆ, ਰੋਟੀ ਨਹੀਂ ਖਾਣੀ, ਜਲ ਨਹੀਂ ਗ੍ਰਹਿਣ ਕਰਨਾ, ਪਵਨ ਦੇ ਆਸਰੇ। ਇਹੋ ਜਿਹੇ ਰਿਸ਼ੀ ਮੁਨੀ ਹੋਏ ਭਾਰਤ ਖੰਡ ਦੀ ਭੂਮੀ। ਪਿੱਛੇ ਜੀ ਵੀ ਇੱਕ ਖਬਰਾਂ ਤੇ ਵਿਖਾਉਂਦੇ ਸੀ ਟੀਵੀ 'ਚ, ਕੋਈ ਸਾਧ ਹੈ ਕਈ ਮਹੀਨੇ, ਉਹਨੂੰ ਕਈ ਸਾਲ ਹੋ ਗਏ, ਨਾ ਭੋਜਨ ਛਕਦਾ ਨਾ ਜਲ। ਉਹਨੂੰ ਹਸਪਤਾਲ 'ਚ ਰੱਖ ਕੇ ਕੈਮਰਿਆਂ ਵਿੱਚ ਵੀ ਰੱਖਿਆ ਵੀ ਇਹ ਖਾਂਦਾ ਪੀਂਦਾ ਤੇ ਨਹੀਂ, ਚੋਰੀ ਤਾਂ ਨਹੀਂ, ਪਰ ਫਿਰ ਵੀ ਕਈ ਮਹੀਨੇ ਕੈਮਰਿਆਂ ਦੀ ਨਿਗਰਾਨੀ ਵਿੱਚ ਵੀ ਉਹਨੇ ਕੁਝ ਖਾਧਾ ਪੀਤਾ ਨਹੀਂ, ਪਰ ਸਰੀਰ ਉਹਦਾ ਬਿਲਕੁਲ ਠੀਕ ਸੀ। ਤੋ ਕੁਦਰਤ ਨੇ ਆਪਣੀ ਸ਼ਕਤੀ, ਜਿਹੜੇ ਉਸ ਸ਼ਕਤੀ ਨਾਲ ਜੁੜ ਜਾਂਦੇ ਹਨ, ਉਹ ਸਿੰਘ ਵੀ ਨੇ ਮਹਾਰਾਜ ਜੀ ਦੇ ਸਮੇਂ, ਜਿਨ੍ਹਾਂ ਨੂੰ ਭੁੱਖ ਤੇ ਵਿਆਪਦੀ ਨਹੀਂ ਹੈ। ਜਿਵੇਂ ਰਿਸ਼ੀ ਮੁਨੀ ਪੌਣਹਾਰੀ ਹੁੰਦੇ ਨੇ ਨਾ, ਏਦਾਂ ਬਹੁਤ ਸਾਰੇ ਸਿੰਘ ਪੌਣਹਾਰੀ ਹੋ ਗਏ। ਹਾਂਜੀ, ਅੰਤਰਮੁਖੀ ਬ੍ਰਿਤ ਕੋ ਧਾਰੀ, ਔਰ ਆਪਣੀ ਬਿਰਤੀ ਉਹਨਾਂ ਨੇ ਅੰਤਰਮੁਖੀ ਕਰ ਲਈ। ਬਿਰਤੀ ਅੰਤਰਮੁਖੀ ਹੈ, ਸੁਰਤ ਅੰਦਰ ਜੁੜੀ ਰਹਿੰਦੀ ਹੈ। ਤਨ ਹੰਤਾ ਕੋ ਤਜਤ ਬਿਤਾਵੇ, ਆਪਣੇ ਸਰੀਰ ਦੀ ਹੰਗਤਾ ਨੂੰ ਛੱਡ ਕੇ, ਤਨ ਦੀ ਹੰਗਤਾ ਨੂੰ ਛੱਡ ਕੇ ਉਹ ਆਪਣਾ ਸਮਾਂ ਬਿਤਾਉਂਦੇ ਹਨ। ਛੁਦਿਤ ਕਸ਼ਟ ਤੇ ਨਹੀਂ ਡੁਲਾਵੇ, ਜੇ ਭੁੱਖ ਦਾ ਕਸ਼ਟ ਆਉਂਦਾ ਵੀ ਆ ਉਹ ਸਰੀਰ ਤੇ ਆਉਂਦਾ ਹੈ, ਪਰ ਉਹਦੇ ਨਾਲ ਉਹ ਡਾਵਾਂ ਡੋਲ ਨਹੀਂ ਹੁੰਦੇ, ਉਹਦੇ ਨਾਲ ਉਹਨਾਂ ਦਾ ਮਨ ਨਹੀਂ ਡੋਲਦਾ। ਇੱਕ ਦਿਨ ਸਤਿਗੁਰ ਧਰਵਰ ਹੇਰੇ, ਇੱਕ ਦਿਨ ਸਤਿਗੁਰੂ ਜੀ ਬਾਹਰ ਨੂੰ ਆਏ ਨਾ, ਤੇ ਬਾਹਰ ਆ ਕੇ ਗੁਰਦੇਵ ਦੀ ਨਿਗਾਹ ਦਰਖਤਾਂ ਤੇ ਪਈ, ਜਿਨ੍ਹਾਂ ਦਰਖਤਾਂ ਤੋਂ ਸਿੰਘਾਂ ਨੇ ਛਿੱਲਾਂ ਲਾ ਕੇ ਖਾਧੀਆਂ ਸਨ, ਪੱਤੇ ਖਾਧੇ ਸਨ। ਤੇ ਸਤਿਗੁਰੂ ਜੀ ਬਾਹਰ ਨੂੰ ਆਏ ਤੇ ਉਹਨਾਂ ਦਰਖਤਾਂ ਵੱਲ ਸਤਿਗੁਰੂ ਜੀ ਨੇ ਵੇਖਿਆ। ਬੂਝੇ ਸੰਗ ਹੁਤੇ ਤਿਸ ਬੇਰੇ, ਮਹਾਰਾਜ ਜੀ ਦੇ ਨਾਲ ਜਿਹੜੇ ਸਤਿਗੁਰਾਂ ਦੇ ਸੰਗੀ ਸਿੰਘ ਸਨ, ਸਤਿਗੁਰੂ ਜੀ ਉਹਨਾਂ ਨੂੰ ਪੁੱਛਣ ਲੱਗੇ, ਇਹ ਕਿਸ ਬ੍ਰਿਛਨ ਛੀਲ ਉਤਾਰੀ, ਕਹਿਣ ਲੱਗੇ ਭਾਈ ਇਹ ਦਰਖਤਾਂ ਦੀਆਂ ਛਿੱਲਾਂ ਕਿਹਨੇ ਲਾਈਆਂ ਨੇ? ਇਹ ਸਾਰੇ ਦਰਖਤ ਛਿੱਲੇ ਹੋਏ ਨੇ, ਇਹਨਾਂ ਦੀਆਂ ਛਿੱਲਾਂ ਨਹੀਂ ਦਿਸਦੀਆਂ। ਸੁਨਤ ਦਾਸ ਗਨ ਤਬ ਹੈ ਉਚਾਰੀ, ਉਹ ਸੇਵਾਦਾਰਾਂ ਨੇ ਹੱਥ ਜੋੜ ਕੇ ਕਲਗੀਧਰ ਜੀ ਨੂੰ ਬੇਨਤੀ ਕੀਤੀ ਤੇ ਦੱਸਣ ਲੱਗੇ, ਭੁੱਖ ਦੁੱਖ ਤੇ ਵਿਆਕੁਲ ਬਹੁ ਹੋਇ ਕੈ, ਮਹਾਰਾਜ ਸਿੰਘ ਭੁੱਖ ਦੇ ਦੁੱਖ ਨਾਲ ਵਿਆਕੁਲ ਸਨ। ਭੁੱਖ ਦੇ ਦੁੱਖ ਨਾਲ ਡਾਢੇ ਵਿਆਕੁਲ ਹੋ ਕੇ ਸਿੰਘ ਅਚੈ ਵਿੱਚ ਅਗਨ ਰਿਝੈ ਕੈ, ਮਹਾਰਾਜ ਕਈ ਸਿੰਘਾਂ ਨੇ ਛਿੱਲਾਂ ਲਾਈਆਂ ਨੇ ਦਰਖਤ ਦੀਆਂ, ਤੇ ਅੱਗ ਦੇ ਉੱਤੇ ਰਿੰਨ ਕੇ, ਪਾਣੀ ਦੇ ਵਿੱਚ ਰਿੰਨ ਕੇ ਉਹ ਛਿੱਲਾਂ ਖਾਂਦੇ ਹਨ, ਤਾਂ ਜੋ ਪੇਟ ਦੀ ਭੁੱਖ ਦੂਰ ਹੋ ਜਾਏ। ਤਬ ਗੁਰ ਕਹਿਓ ਹਟਾਵਨ ਕੀਜੈ, ਪਾਤਸ਼ਾਹ ਕਹਿੰਦੇ ਭਾਈ ਇਹ ਤਾਂ ਗਲਤ ਹੈ, ਇਹ ਠੀਕ ਨਹੀਂ, ਗੁਰਦੇਵ ਨੇ ਵਰਜਿਆ। ਮਹਾਰਾਜ ਜੀ ਨੇ ਰੋਕਿਆ ਕਿ ਭਾਈ ਨਾ ਦਰਖਤਾਂ ਦੀਆਂ ਛਿੱਲਾਂ ਨਹੀਂ ਖਾਣੀਆਂ। ਕਿਉਂ ਰੋਕਿਆ ਉਹ ਵੀ ਦੱਸਦੇ ਹਨ, ਇਸ ਭੋਜਨ ਤੇ ਰੋਗੀ ਥੀਜੈ, ਕਿਉਂਕਿ ਇਹ ਜਿਹੜੇ ਦਰਖਤ ਨੇ ਇਹਨਾਂ ਦੀਆਂ ਛਿੱਲਾਂ ਖਾਣ ਨਾਲ ਰੋਗ ਲੱਗ ਜਾਏਗਾ, ਪੇਟ ਦਾ ਕੋਈ ਇਨਫੈਕਸ਼ਨ ਹੋ ਸਕਦਾ, ਰੋਗ ਲੱਗਣਗੇ, ਕੋਈ ਬਿਮਾਰੀ ਲੱਗ ਸਕਦੀ ਹੈ। ਕਿ ਭੁੱਖ ਦਾ ਦੁੱਖ, ਕਿਉਂਕਿ ਸਾਰੇ ਦਰਖਤਾਂ ਨਹੀਂ ਨਾ ਖਾਣ ਦੇ ਲਾਇਕ ਹੁੰਦੇ, ਉਹਨਾਂ ਦੀਆਂ ਛਿੱਲਾਂ ਖਾਣੀਆਂ, ਪੱਤੇ ਖਾਣੇ। ਕੁਝ ਦਰਖਤ ਇਹੋ ਜਿਹੇ ਵੀ ਨੇ ਜਿਹੜੇ ਨਹੀਂ ਖਾਣ ਯੋਗ।
ਕੋਈ ਫਲਦਾਰ ਦਰਖਤ ਹੋਵੇ ਤਾਂ ਵੱਖਰਾ, ਇਹ ਪਹਾੜੀ ਦਰਖਤ ਨੇ ਇੱਥੇ। ਇਹਨਾਂ ਦੀਆਂ ਛਿੱਲਾਂ ਜੇ ਖਾਣਗੇ ਸਿੰਘ ਤਾਂ ਕੋਈ ਰੋਗ ਲੱਗ ਸਕਦਾ, ਕੋਈ ਬਿਮਾਰੀ ਲੱਗ ਸਕਦੀ ਹੈ, ਅਤੀਸਾਰ ਲੱਗ ਗਏ, ਹੈਜਾ ਫੈਲ ਸਕਦਾ ਹੈ, ਦਸਤ ਲੱਗ ਸਕਦੇ ਨੇ। ਸਿੰਘਾਂ ਨੂੰ ਕਹੋ ਭਾਈ ਏਦਾਂ ਨਾ ਕਰੋ, ਇਹਦੇ ਨਾਲ ਬਿਮਾਰੀ ਲੱਗ ਸਕਦੀ ਹੈ। ਇਹ ਸਤਿਗੁਰੂ ਜੀ ਨੇ ਹੁਕਮ ਕੀਤਾ। ਬਰਜਨ ਕੀਨੇ ਸਭ ਹੀ ਫੇਰ। ਇਹ ਤਾਂ ਸਤਿਗੁਰੂ ਜੀ ਨੇ ਵਰਜਿਆ ਸਿੰਘਾਂ ਨੂੰ, ਜਿਹੜੇ ਛਿੱਲਾਂ ਲਾ ਕੇ ਰੋਜ਼ ਉਬਾਲ ਕੇ ਖਾ ਲੈਂਦੇ ਸੀ ਨਾ, ਮਹਾਰਾਜ ਜੀ ਨੇ ਰੋਕ ਦਿੱਤਾ, ਕਿਉਂਕਿ ਉਹਦੇ ਨਾਲ ਵਾਕਈ ਬਿਮਾਰੀਆਂ ਲੱਗਦੀਆਂ ਸੀ। ਕਈਆਂ ਦੇ ਪੇਟ ਖਰਾਬ ਹੋਣ ਲੱਗ ਪਏ, ਕਈਆਂ ਨੂੰ ਦਸਤ ਲੱਗਣ ਲੱਗ ਪਏ, ਹੋਰ ਕਈ ਭਿਆਨਕ ਬਿਮਾਰੀਆਂ ਨਾਲ ਜਨਮ ਲੈ ਲੈਣ, ਮਹਾਮਾਰੀ ਫੈਲਣ ਦਾ ਖਤਰਾ ਹੋ ਸਕਦਾ ਸੀ। ਉਹਨਾਂ ਵੇਲਿਆਂ ਵਿੱਚ ਹੈਜਾ ਵੀ ਮਹਾਮਾਰੀ ਸੀ, ਦਸਤ ਲੱਗ ਜਾਣੇ ਜਾਂ ਉਲਟੀਆਂ ਲੱਗ ਜਾਣੀਆਂ। ਉਹ ਹੈਜੇ ਨਾਲ ਹੀ ਲੋਕ ਬਹੁਤ ਜ਼ਿਆਦਾ ਮਰਦੇ ਸੀ। ਤੋ ਸਤਿਗੁਰੂ ਜੀ ਨੇ ਆਖਿਆ ਭਾਈ ਐਸਾ ਨਹੀਂ ਕਰਨਾ। ਤੋ ਸਤਿਗੁਰਾਂ ਦੇ ਵਰਜੇ ਹੋਏ ਸਿੰਘ ਰੁਕ ਗਏ। ਵਹਿਰ ਪਰਿਓ ਸ਼ਤਰੁਨ ਕੋ ਘੇਰ। ਹੁਣ ਬਾਹਰ ਦੁਸ਼ਮਣਾਂ ਦੀ ਘੇਰਾਬੰਦੀ ਹੈ, ਦੂਰ ਦੂਰ ਤੱਕ ਦੁਸ਼ਮਣ ਘੇਰਾ ਕਰਕੇ ਬੈਠੇ ਹਨ। ਕੇਤਿਕ ਅਸ਼ਰ ਧਗ ਮਾਤ ਸੁਨਾਵੈ। ਕੁਝ ਕੁ ਨਸ਼ਰਦਕ ਲੋਕ ਵੀ ਸੀ ਜਿਹੜੇ ਆਨੰਦਪੁਰ ਸਾਹਿਬ ਚ ਰਹਿੰਦੇ ਸੀ, ਕਿਉਂਕਿ ਨਗਰ ਹੈ, ਜਿੱਥੇ ਫੌਜਾਂ ਰਹਿੰਦੀਆਂ ਨੇ ਉੱਥੇ ਆਮ ਪਬਲਿਕ ਵੀ ਤਾਂ ਹੋਵੇਗੀ। ਕੁਝ ਕੁ ਨਸ਼ਰਦਕ ਲੋਕ ਜਿਨ੍ਹਾਂ ਦੇ ਮਨ ਵਿੱਚ ਗੁਰੂ ਸਾਹਿਬ ਦੀ ਸ਼ਰਧਾ ਨਹੀਂ ਸੀ, ਉਹ ਜਾ ਕੇ ਮਾਤਾ ਗੁਜਰੀ ਜੀ ਨੂੰ ਸਮਝਾਉਂਦੇ ਆ। ਮਾਤਾ ਗੁਜਰੀ ਜੀ ਨੂੰ ਜਾ ਕੇ ਬੇਨਤੀਆਂ ਕਰਦੇ ਹਨ। ਗੁਰਮਤ ਵਾਲੇ ਬਾਕ ਅੱਲਾਵੈ। ਕਹਿਣ ਲੱਗੇ ਮਾਤਾ ਜੀ ਗੁਰੂ ਸਾਹਿਬ ਮਤਵਾਲਿਆਂ ਵਾਲੀਆਂ ਗੱਲਾਂ ਕਰਦੇ ਨੇ। ਮਤਵਾਲਾ ਕਹਿੰਦੇ ਨੇ ਜਿਹੜਾ ਮਸਤ ਹੋ ਜਾਏ, ਜਿਹਨੂੰ ਕੋਈ ਸੋਝੀ ਨਾ ਹੋਵੇ, ਉਹਨੂੰ ਮਤਵਾਲਾ ਕਹਿ ਦਿੰਦੇ। ਕਹਿੰਦੇ ਜੀ ਗੁਰੂ ਜੀ ਮਤਵਾਲਿਆਂ ਵਾਲੀਆਂ ਗੱਲਾਂ ਕਰਦੇ ਹਨ। ਤੁਮ ਕਰ ਜਤਨ ਬਚਾਵਹੁ ਸਾਰੇ। ਮਾਤਾ ਜੀ ਤੁਸੀਂ ਵੱਡੇ ਹੋ ਗੁਰੂ ਘਰ ਵਿੱਚ, ਤੁਸੀਂ ਯਤਨ ਕਰੋ। ਤੁਹਾਡੇ ਯਤਨ ਕੀਤਿਆਂ ਸਾਰੇ ਬਚ ਸਕਦੇ ਨੇ, ਤੁਸੀਂ ਬਚਾਓ। ਨਤ ਹੋਵੈ ਸਭ ਕੇਰ ਸੰਘਾਰੇ। ਨਹੀਂ ਤਾਂ ਗੁਰੂ ਜੀ ਜਿਸ ਤਰੀਕੇ ਨਾਲ ਚੱਲ ਰਹੇ ਨੇ, ਏਦਾਂ ਤਾਂ ਫਿਰ ਸਾਰੇ ਹੀ ਮਰ ਜਾਣਗੇ। ਇਹ ਜਿੰਨੇ ਵੀ ਆਨੰਦਪੁਰ ਸਾਹਿਬ ਚ ਅਸੀਂ ਵੀ ਰਹਿੰਦੇ ਆ, ਜਾਂ ਜਿੰਨੇ ਵੀ ਇਹ ਸਿੰਘ ਨੇ, ਇਹ ਤਾਂ ਫਿਰ ਸਾਰੇ ਹੀ ਮਾਰੇ ਜਾਣਗੇ। ਬਨ ਕੈ ਦੀਨ ਜਾਏ ਕਿ ਗਿਆਵੈ। ਔਰ ਦੀਨ ਹੋ ਕੇ ਏਦਾਂ ਇਹ ਕਗਿਆਉਂਦੇ ਹਨ। ਕਿਉ ਨਹਿ ਇਨ ਕੈ ਪ੍ਰਾਨ ਬਚਾਵੈ। ਔਰ ਮਾਤਾ ਜੀ ਨੂੰ ਬਾਰ-ਬਾਰ ਕਹਿੰਦੇ, ਮਾਤਾ ਜੀ ਇਹਨਾਂ ਲੋਕਾਂ ਦਾ ਵਿਚਾਰਿਆਂ ਨੇ ਕੀ ਵਿਗਾੜਿਆ ਜਿਹੜੇ ਸਿੰਘ ਨੇ ਇੱਥੇ? ਗੁਰੂ ਜੀ ਕਿਉਂ ਨਹੀਂ ਇਹਨਾਂ ਦੇ ਪ੍ਰਾਣ ਬਚਾਉਂਦੇ, ਕਿਉਂ ਨਹੀਂ ਇਹਨਾਂ ਦੇ ਰਾਖੇ ਬਣਦੇ? ਜੋ ਸੰਗਰਾਮ ਸਦਾ ਹੀ ਚਾਹੈ। ਗੁਰੂ ਜੀ ਤਾਂ ਹਮੇਸ਼ਾ ਜੰਗ ਹੀ ਚਾਹੁੰਦੇ ਨੇ, ਮੁੱਢ ਤੋਂ ਇਹਨਾਂ ਦਾ ਜੰਗ ਯੁੱਧਾਂ ਵਿੱਚ ਹੀ ਖਿਆਲ ਰਿਹਾ। ਬਖਸ਼ੋ ਭੋਜਨ ਲਰਤੇ ਰਹੈ। ਚਲੋ ਜੇ ਲੜਾਉਣਾ ਵੀ ਹੈ ਇਹਨਾਂ ਨੂੰ, ਘਟੋ ਘੱਟ ਭੋਜਨ ਤਾਂ ਬਖਸ਼ਣ। ਇਹਨਾਂ ਨੂੰ ਤਾਂ ਭੋਜਨ ਵੀ ਨਹੀਂ ਮਿਲਦਾ ਛਕਣ ਵਾਸਤੇ, ਭੁੱਖ ਨਾਲ ਪਏ ਮਰਦੇ ਨੇ। ਜੇ ਇਹਨਾਂ ਨੂੰ ਲੜਾਉਣਾ ਹੀ ਹੈ ਦੁਸ਼ਮਣ ਨਾਲ, ਤਾਂ ਘਟੋ ਘੱਟ ਗੁਰੂ ਜੀ ਇਹਨਾਂ ਨੂੰ ਭੋਜਨ ਬਖਸ਼ਣ, ਜਿਸ ਨੂੰ ਛਕ ਕੇ ਦੁਸ਼ਮਣਾਂ ਨਾਲ ਲੜ ਸਕਣ। ਰਣ ਕੋ ਤਿਆਗਨ ਜੇ ਮਨ ਠਾਨੈ। ਜੇ ਗੁਰੂ ਜੀ ਜੰਗ ਦੇ ਮੈਦਾਨ ਨੂੰ ਨਹੀਂ ਛੱਡਣਾ ਚਾਹੁੰਦੇ, ਜੇ ਉਹ ਲੜਾਈ ਵਾਲਾ ਖਿਆਲ ਨਹੀਂ ਤਿਆਗਣਾ ਚਾਹੁੰਦੇ, ਤਜ ਹੈ ਆਨੰਦਪੁਰ ਕਹੂੰ ਪਿਆਨੈ। ਤੇ ਫਿਰ ਉਹ ਆਨੰਦਪੁਰ ਸਾਹਿਬ ਛੱਡ ਕੇ ਕਿਤੇ ਹੋਰ ਚਲੇ ਜਾਣ। ਇਹ ਆਨੰਦਪੁਰ ਸਾਹਿਬ ਨੂੰ ਛੱਡ ਦੇਣ, ਇਹੀ ਚਾਹੁੰਦੇ ਨੇ ਬਾਹਰ ਦੁਸ਼ਮਣ ਵੀ। ਆਨੰਦਪੁਰ ਸਾਹਿਬ ਛੱਡ ਕੇ ਗੁਰੂ ਜੀ ਕਿਤੇ ਹੋਰ ਪਾਸੇ ਦੂਰ ਚਲੇ ਜਾਣ। ਚਮੜਾ ਹੱਡ ਰਹੇ ਤਨ ਕੇਰੇ। ਇਹ ਸਰੀਰ ਦਾ ਚਮੜਾ ਤੇ ਹੱਡ ਜਿਹੜਾ ਹੈ, ਭੇ ਪਿੰਜਰ ਸੁਖ ਮਾਸ ਕਨੇਰੇ। ਇਹਦੇ ਵਿੱਚੋਂ ਮਾਸ ਤਾਂ ਸੋਕੀ ਗਿਆ ਸਿੰਘਾਂ ਦੇ ਸਰੀਰਾਂ ਤੋਂ। ਪਿੰਜਰਾ ਤੇ ਹੱਡ ਜਿਹੜਾ ਬਾਹਰਲਾ ਚਮੜਾ ਇਹੀ ਰਹਿ ਗਿਆ, ਵਿੱਚ ਜਿਹੜਾ ਮਾਸ ਹੁੰਦਾ ਹੈ ਉਹ ਤਾਂ ਖਤਮ ਹੀ ਹੋ ਗਿਆ ਭੁੱਖ ਦੇ ਨਾਲ। ਜੀਵਦਾਨ ਸਭ ਕੋ ਅਬ ਦੀਜੈ। ਮਾਤਾ ਜੀ ਤੁਹਾਡੇ ਵਸ ਵਿੱਚ ਹੈ, ਤੁਸੀਂ ਕਿਰਪਾ ਕਰੋ, ਗੁਰੂ ਜੀ ਨੂੰ ਕਹਿ ਕੇ ਇਹਨਾਂ ਸਾਰਿਆਂ ਨੂੰ ਜੀਵਨ ਦਾਨ ਦਿਵਾਓ। ਇਹਨਾਂ ਸਾਰਿਆਂ ਨੂੰ ਜੀਵਨ ਦਾਨ ਦੀ ਪ੍ਰਾਪਤੀ ਹੋਵੇ। ਜਾਣ ਆਪਨੇ ਰੱਛਾ ਕੀਜੈ। ਔਰ ਆਪਣੇ ਜਾਣ ਕੇ ਇਹਨਾਂ ਦੀ ਰੱਖਿਆ ਕਰੋ, ਇਹ ਤੁਹਾਡੇ ਨੇ, ਕੋਈ ਬਗਾਨੇ ਨਹੀਂ। ਇਤਿਆਦਿਕ ਕਹਿ ਜਨਨੀ ਸਾਥ। ਏਦਾਂ ਇਹ ਲੋਕ ਜਿਹੜੇ ਨਸ਼ਰਦਕ ਜੇ ਲੋਕ ਨੇ,
ਉਹ ਮਾਤਾ ਗੁਜਰੀ ਜੀ ਦੇ ਪਾਸ ਆ ਕੇ ਇਸ ਤਰ੍ਹਾਂ ਬੇਨਤੀਆਂ ਕਰਦੇ ਹਨ। ਲਿਆਏ ਜਹ ਬੈਠੇ ਗੁਰਨਾਥ। ਔਰ ਆਖੀਰ ਨੂੰ ਮਾਤਾ ਜੀ ਨੂੰ ਸਿਖਾ ਕੇ ਨਾ ਸਾਰੀਆਂ ਗੱਲਾਂ ਸੁਣਾ ਕੇ ਇਹ ਮਾਤਾ ਜੀ ਨੂੰ ਨਾਲ ਲੈ ਕੇ ਉੱਥੇ ਆਏ ਜਿੱਥੇ ਕਲਗੀਧਰ ਜਗਤਨਾਥ ਸਤਿਗੁਰੂ ਜੀ ਬੈਠੇ ਹਨ। ਸਨੇ ਸਨੇ ਸੋ ਪ੍ਰਸੰਗ ਚਲਾਇਓ। ਗੱਲਬਾਤ ਕਰਦਿਆਂ ਕਰਦਿਆਂ ਸਹਿਜੇ ਸਹਿਜੇ ਸਤਿਗੁਰਾਂ ਦੇ ਨਾਲ ਇਹਨਾਂ ਨੇ ਪ੍ਰਸੰਗ ਚਲਾਇਆ। ਸ਼ੰਕਤ ਪ੍ਰਭ ਤੇ ਨੀਠ ਸੁਨਾਇਓ। ਮਾਤਾ ਜੀ ਦੇ ਮਨ ਵਿੱਚ ਗੁਰੂ ਸਾਹਿਬ ਦਾ ਅਦਬ ਵੀ ਹੈ ਤੇ ਭੈ ਵੀ ਹੈ। ਮਾਤਾ ਜੀ ਜਾਣਦੇ ਨੇ ਕਿ ਕੇਵਲ ਮੇਰੇ ਪੁੱਤਰ ਨਹੀਂ ਹਨ, ਇਹ ਸ੍ਰੀ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ 10ਵੇਂ ਮਾਲਕ ਹਨ। ਤੋ ਮਾਤਾ ਜੀ ਦੇ ਹਿਰਦੇ ਵਿੱਚ ਗੁਰੂ ਸਾਹਿਬ ਦਾ ਅਦਬ ਵੀ ਹੈ, ਇਸ ਕਰਕੇ ਪਰ ਉਹ ਲੋਕ ਵੀ ਗੱਲਾਂ ਕਰਦੇ, ਮਾਤਾ ਜੀ ਨੂੰ ਤਾਂ ਕਹਿਣਾ ਹੀ ਪੈਣਾ ਸੀ ਕਿਉਂਕਿ ਉਹ ਲੋਕ ਸਿੱਧਾ ਤਾਂ ਸਤਿਗੁਰਾਂ ਕੋਲ ਨਹੀਂ ਜਾਂਦੇ, ਮਾਤਾ ਜੀ ਕੋਲ ਜਾ ਕੇ ਕਹਿ ਸਕਦੇ ਸੀ। ਤੋ ਮਾਤਾ ਜੀ ਨੇ ਵੀ ਥੋੜਾ ਜਿਹਾ ਸਤਿਗੁਰਾਂ ਦਾ ਹਿਰਦੇ 'ਚ ਭੈ ਰੱਖਦੇ ਹੀ ਗੱਲ ਕੀਤੀ। ਮਹਾ ਛੁਦਾ ਵਿਆਪੀ ਸਭ ਮਹੀਆ। ਆਖਿਆ ਹੇ ਲਾਲ ਜੀ, ਹੇ ਸ਼ਾਮ ਜੀ, ਸਾਰੇ ਸਿੰਘਾਂ ਦੇ ਵਿੱਚ ਔਰ ਇੱਥੇ ਜਿਤਨੇ ਆਨੰਦਪੁਰ ਸਾਹਿਬ ਦੇ ਵਾਸੀ ਨੇ ਉਹਨਾਂ ਨੂੰ ਭੁੱਖ ਦਾ ਦੁੱਖ ਸਤਾ ਰਿਹਾ ਹੈ। ਭੁੱਖ ਦੇ ਡਾਢੇ ਦੁੱਖ ਕਰਕੇ ਸਾਰੇ ਵਿਆਕੁਲ ਹਨ। ਨਿਰਬਲ ਭੇ ਸਰੀਰ ਜਹ ਕਹੀਆ। ਔਰ ਹਰ ਇੱਕ ਦਾ ਸਰੀਰ ਨਿਰਬਲ ਤੇ ਕਮਜ਼ੋਰ ਹੋ ਰਿਹਾ ਹੈ ਅੰਨ ਪਾਣੀ ਤੋਂ ਬਿਨਾ। ਸ੍ਰੀ ਗੁਜਰੀ ਬੋਲੀ ਇਮ ਕਰੋ। ਮਾਤਾ ਗੁਜਰੀ ਜੀ ਇਸ ਤਰ੍ਹਾਂ ਬੋਲੇ, ਕਹਿੰਦੇ ਗੁਰੂ ਜੀ ਏਦਾਂ ਕਰੋ, ਇਨ ਕੋ ਤ੍ਰਿਪਤ ਕਰੋ ਤੌਲਰੋ। ਇਹਨਾਂ ਨੂੰ ਤ੍ਰਿਪਤ ਕਰੋ ਸਾਰਿਆਂ ਨੂੰ, ਇਹਨਾਂ ਨੂੰ ਸਾਰਿਆਂ ਨੂੰ ਭੋਜਨ ਮਿਲੇ ਛਕਣ ਵਾਸਤੇ, ਤੇ ਜੇ ਲੜਨਾ ਫਿਰ ਇਹਨਾਂ ਨੂੰ ਰਜਾ ਕੇ ਫਿਰ ਲੜੋ ਦੁਸ਼ਮਣ ਨਾਲ। ਜੇ ਨਹਿ ਮਾਨੋ ਕੀਜੈ ਪਿਆਨਾ। ਤੇ ਜੇਕਰ ਤੁਸੀਂ ਇਹ ਬੇਨਤੀ ਨਹੀਂ ਮੰਨਦੇ ਤਾਂ ਫਿਰ ਗੁਰੂ ਜੀ ਤੁਸੀਂ ਆਨੰਦਪੁਰ ਸਾਹਿਬ ਆਪਾਂ ਇਹ ਛੱਡ ਕੇ ਚਲੇ ਜਾਈਏ। ਇਨ ਦਵੈ ਬਿਨ ਨਹਿ ਬਾਚਹਿ ਪ੍ਰਾਨਾ। ਕਿਉਂਕਿ ਇਹਨਾਂ ਦੋਹਾਂ ਵਿੱਚੋਂ ਇੱਕ ਕੰਮ ਜੇ ਨਹੀਂ ਕਰਦੇ ਤੇ ਆਪਣੇ ਪ੍ਰਾਣ ਨਹੀਂ ਬਚ ਸਕਦੇ। ਜਾਂ ਇਹਨਾਂ ਨੂੰ ਭੋਜਨ ਦਿਓ, ਇਹ ਭੋਜਨ ਛਕ ਕੇ ਲੜਨ, ਤੇ ਜੇ ਇਹਨਾਂ ਨੂੰ ਭੋਜਨ ਨਹੀਂ ਦੇ ਸਕਦੇ, ਨਹੀਂ ਦੇਣਾ, ਤੇ ਫਿਰ ਆਨੰਦਪੁਰ ਸਾਹਿਬ ਛੱਡ ਕੇ ਚੱਲੀਏ। ਇਹਨਾਂ ਦੋਹਾਂ ਵਿੱਚੋਂ ਇੱਕ ਕੰਮ ਨਾ ਕੀਤਿਆਂ ਆਪਣਾ ਨਹੀਂ ਸਰਨਾ। ਹੇਰੋਂ ਸਰਬ ਸ਼ਰੀਰਨ ਹਾਲਾ। ਦੇਖੋ ਸਾਰਿਆਂ ਦੇ ਸਰੀਰਾਂ ਦੇ ਕੀ ਹਾਲਾਤ ਹੋ ਰਹੇ ਨੇ। ਨਿਰਬਲ ਦੁਰਬਲ ਭਏ ਬਿਸਾਲਾ। ਸਭ ਦੇ ਸਰੀਰ ਨਿਰਬਲ ਕਮਜ਼ੋਰ ਹੋ ਰਹੇ ਨੇ। ਜੀਵਤ ਰਹਿ ਕਰੈ ਪੁਨ ਦਾਈਆ। ਜੇ ਜੀਵਦੇ ਰਹਿਣਗੇ ਤਾਂ ਉਹ ਤਾਂ ਜੀਵਦੇ ਰਹਿਣਗੇ ਜੇ ਤੁਸੀਂ ਇਹਨਾਂ ਤੇ ਦਇਆ ਕਰੋਗੇ, ਤੁਸੀਂ ਇਹਨਾਂ ਤੇ ਕਿਰਪਾ ਕਰੋਗੇ, ਇਹਨਾਂ ਨੂੰ ਤਾਂ ਜੀਵਨ ਦਾਨ ਮਿਲੇਗਾ। ਲੇਹੇ ਆਨੰਦਪੁਰ ਆਪਨ ਛੁਡਾਈਆ। ਜੇ ਜਿਉਂਦੇ ਰਾਂਗੇ ਮੁੜ ਕੇ ਫੇਰ ਛਡਾ ਲਾਂਗੇ ਆਨੰਦਪੁਰ ਸਾਹਿਬ, ਇੱਕ ਵਾਰੀ ਆਪਾਂ ਟੁਰ ਚੱਲੀਏ ਇੱਥੋਂ। ਜੇ ਜਿਉਂਦੇ ਰਹਿਣਗੇ ਤੇ ਦੁਬਾਰਾ ਆ ਕੇ ਆਨੰਦਪੁਰ ਸਾਹਿਬ ਇਹਨਾਂ ਕੋਲੋਂ ਛਡਾ ਲਵਾਂਗੇ। ਮਰੇ ਪਿਛਾਰੀ ਕਛੂ ਨਾ ਫੇਰ। ਕਿਉਂਕਿ ਜੇ ਮਾਰੀ ਗਏ ਤੇ ਮਰੇ ਬਿਨਾ ਤਾਂ ਨਹੀਂ ਨਾ, ਫਿਰ ਮਰਨ ਤੋਂ ਬਾਅਦ ਫਿਰ ਪਿੱਛੇ ਕੀ ਹੋਣਾ। ਜੀਵਦੇ ਰਹਾਂਗੇ ਆਨੰਦਪੁਰ ਸਾਹਿਬ ਦੁਬਾਰਾ ਆ ਕੇ ਕਬਜ਼ਾ ਕਰ ਲਾਂਗੇ। ਜੇ ਮਾਰੀ ਗਏ ਤੇ ਮਰਨ ਤੋਂ ਬਾਅਦ ਤਾਂ ਫਿਰ ਇਹ ਗੱਲ ਨਹੀਂ ਬਣਨੀ। ਪਰੇ ਸੋ ਦੀਖੈ ਮਾਟੀ ਢੇਰ। ਫਿਰ ਤਾਂ ਇਹ ਮਿੱਟੀ ਦੇ ਢੇਰ ਹੀ ਪਏ ਦਿਸਣਗੇ। ਜੀਵਨ ਲਗ ਹੀ ਸਭ ਕਿਛ ਜਾਣੈ। ਕਿਉਂਕਿ ਜੀਵਨ ਹੈ ਤਾਂ ਹੀ ਸਭ ਕੁਝ ਹੈ। ਜੇ ਜੀਵਨ ਹੀ ਨਾ ਰਿਹਾ ਤੇ ਫਿਰ ਇਹ ਆਨੰਦਪੁਰ ਸਾਹਿਬ ਵੀ ਸਾਡੇ ਲਈ ਕਿਸ ਕੰਮ ਦਾ। ਫਿਰ ਤਾਂ ਇਹ ਸਾਡੇ ਲਈ ਮਿੱਟੀ ਦੇ ਢੇਰ ਸਮਾਨ ਹੀ ਹੋਣਗੇ ਨਗਰ। ਇਹ ਜੀਵਦੇ ਰਹਾਂਗੇ ਤਦੇ ਸਾਡੇ ਲਈ ਸੋਭਨੀਕ ਨੇ। ਜੋ ਜਗ ਮੈਂ ਬਿਹਾਰ ਸਭ ਠਾਨੈ। ਜਗਤ ਦੇ ਜਿਤਨੇ ਵੀ ਵਿਵਹਾਰ ਹਨ ਨਾਹੇ ਤਾਂ ਸਕਲ ਸਿੰਘ ਇਮ ਕਹੈ। ਉਹ ਵਿਵਹਾਰ ਇਸੇ ਤਰ੍ਹਾਂ ਕਹਿੰਦੇ ਨੇ, ਨਹੀਂ ਤਾਂ ਸਿੰਘ ਇਸ ਤਰ੍ਹਾਂ ਵੀ ਕਹਿੰਦੇ ਹਨ। ਆਇਸ ਬਿਖੈ ਆਪ ਕੀ ਅਹੈ। ਸਿੰਘ ਤਾਂ ਇਹ ਵੀ ਕਹਿ ਰਹੇ ਨੇ ਕਿ ਗੁਰੂ ਕਲਗੀਧਰ ਜੀ ਸਾਨੂੰ ਆਗਿਆ ਕਰਨ, ਅਸੀਂ ਉਹਨਾਂ ਦੇ ਹੁਕਮ ਵਿੱਚ ਹਾਂ। ਕਰੋ ਹੁਕਮ ਸੰਗਰਾਮ ਮਚਾਵੇ। ਕਿ ਗੁਰੂ ਜੀ ਸਾਨੂੰ ਹੁਕਮ ਕਰ ਦੇਣ, ਅਸੀਂ ਬਾਹਰ ਜਾ ਕੇ ਇੱਕੋ ਵੇਰੀ ਬਸ ਹੰਨੇ ਬੰਨੇ ਦੀ ਲੜਾਈ ਕਰੀਏ ਆਰ ਪਾਰ ਦੀ। ਇੱਥਾ ਕਿੰਨਾ ਕੁ ਚਿਰ ਘੇਰੇ ਚ ਰਹਾਂਗੇ। ਸਿੰਘ ਇਹ ਵੀ ਚਾਹੁੰਦੇ ਨੇ ਕਿ ਜੇ ਆਪਾਂ ਆਨੰਦਪੁਰ ਸਾਹਿਬ ਨਹੀਂ ਛੱਡਣਾ ਤੇ ਸਿੰਘਾਂ ਦੇ ਭੋਜਨ ਦਾ ਪ੍ਰਬੰਧ ਨਹੀਂ ਕਰਨਾ ਤਾਂ ਫਿਰ ਉਹ ਕਹਿੰਦੇ ਗੁਰੂ ਸਾਹਿਬ ਸਾਨੂੰ ਆਗਿਆ ਕਰਨ, ਹੁਕਮ ਕਰਨ,
ਅਸੀਂ ਜੰਗ ਦੇ ਮੈਦਾਨ ਵਿੱਚ ਜਾ ਕੇ ਆਰ ਪਾਰ ਦੀ ਲੜਾਈ ਲੜੀਏ शत्रु हजारन को तन कावे ਔਰ ਹਜ਼ਾਰਾਂ ਦੁਸ਼ਮਣ ਜਿਹੜੇ ਚਾਰੇ ਪਾਸੇ ਆ ਕੇ ਬੈਠੇ ਨੇ ਇਹਨਾਂ ਨੂੰ ਸ਼ਸਤਰਾਂ ਨਾਲ ਮੌਤ ਦੇ ਘਾਟ ਉਤਾਰ ਦਈਏ आप मरै तिनके विच बरकै ਉਹਨਾਂ ਦੇ ਵਿੱਚ ਵੜ ਕੇ ਮਰੀਏ ਏਦਾਂ ਅੰਦਰ ਭੁੱਖ ਨਾਲ ਮਰਨ ਦੀ ਬਜਾਏ ਉਹਨਾਂ ਦੀ ਹਿੱਕ ਵਿੱਚ ਵੱਜ ਕੇ ਮਰੀਏ ਉਹਨਾਂ ਨੂੰ ਮਾਰ ਕੇ ਮਰੀਏ सगरे संकट देहो निवरकै ਔਰ ਆਪਣੇ ਸਿੰਘਾਂ ਦੇ ਆਪਣੇ ਖਾਲਸੇ ਦੇ ਸਾਰੇ ਸੰਕਟ ਆਪ ਜੀ ਨਿਵਾਰ ਦਿਓ सगल कुटुंब आप को जान ਇਹ ਗੁਰੂ ਜੀ ਇਹ ਜਿੰਨੇ ਵੀ ਸਿੰਘ ਨੇ ਸਾਰਾ ਤੁਹਾਡਾ ਟੱਬਰ ਹੈ ਇਹ ਸਾਰੇ ਸਿੰਘ ਮਹਾਰਾਜ ਇਹ ਸਾਰਾ ਪੰਥ ਤੁਹਾਡਾ ਪਰਿਵਾਰ ਹੈ ਤਦੇ ਸਤਿਗੁਰੂ ਜੀ ਨੇ ਕਿਹਾ ਨਾ ਸੁਖੀ ਬਸੈ ਮੋਰੋ ਪਰਿਵਾਰ ਇਹ ਜਿਤਨੇ ਵੀ ਸਿੰਘ ਨੇ ਜਿਤਨੇ ਵੀ ਇਹ ਸੇਵਕ ਸਿੱਖ ਨੇ ਮਹਾਰਾਜ ਜੀ ਇਹ ਤੁਹਾਡਾ ਪਰਿਵਾਰ ਹੈ दीजै अब प्राण को दान ਕਿਰਪਾ ਕਰੋ ਇਹਨਾਂ ਸਾਰਿਆਂ ਨੂੰ ਪ੍ਰਾਣ ਦਾਨ ਬਖਸ਼ੋ ਤੁਸੀਂ ਜੀਵਨ ਦਾਤੇ ਹੋ ਕਿਰਪਾ ਕਰਕੇ ਇਹਨਾਂ ਸਾਰਿਆਂ ਨੂੰ ਪ੍ਰਾਣਾਂ ਦਾ ਦਾਨ ਬਖਸ਼ੋ इम सुन माता ते सिख बैसे ਇਦਾਂ ਮਾਤਾ ਜੀ ਦੇ ਕੋਲੋਂ ਬਚਨ ਸਤਿਗੁਰਾਂ ਸੁਣੇ ਫਿਰ ਸਿੱਖ ਵੀ ਸਤਿਗੁਰਾਂ ਦੇ ਕੋਲ ਆ ਕੇ ਬੈਠੇ ਨੇ ਜਿਹੜੇ ਮਾਤਾ ਜੀ ਨੂੰ ਨਾਲ ਲੈ ਕੇ ਆਏ ਹਨ सबिन सुनाए पन्यो गुर ऐसे ਸਾਰਿਆਂ ਨੂੰ ਸੁਣਾ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ पूजा को धन निकट हमारे ਕਹਿਣ ਲੱਗੇ ਮਾਤਾ ਜੀ ਜਿਹੜਾ ਧਾਨ ਸਾਡੇ ਕੋਲ ਹੈ ਇਹ ਪੂਜਾ ਦਾ ਧਾਨ ਹੈ ਸੰਗਤਾਂ ਵੱਲੋਂ ਪੂਜਾ ਦਾ ਧਾਨ ਸਾਨੂੰ ਚੜਾਵੇ ਵਜੋਂ ਚੜਾਇਆ ਗਿਆ ਹੈ सोन है दैबो बन है आहारे ਇਹ ਪੂਜਾ ਦੇ ਧਾਨ ਦਾ ਆਹਾਰ ਅਸੀਂ ਆਪਣੇ ਪੁੱਤਰਾਂ ਨੂੰ ਨਹੀਂ ਦੇ ਸਕਦੇ ਕਿਉਂਕਿ ਮਾਤਾ ਇਹ ਜ਼ਹਿਰ ਹੈ ਤੇ ਇਹ ਜ਼ਹਿਰ ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਦੇ ਦਈਏ ਪੂਜਾ ਦਾ ਧਾਨ ਇਹ ਬਿਖ ਦੇ ਸਮਾਨ ਹੈ ਹੁਣ ਕੋਈ ਆਖੇ ਜਿਹੜੇ ਗੁਰੂ ਘਰ 'ਚ ਸੇਵਾ ਟਹਿਲ ਕਰਦੇ ਨੇ ਉਹਨਾਂ ਨੂੰ ਵੀ ਤਾਂ ਪੂਜਾ ਦੇ ਧਾਨ ਦੀ ਤਨਖਾਹ ਮਿਲਦੀ ਉਹਨਾਂ ਦੀ ਰੋਜੀ ਰੋਟੀ ਉੱਥੋਂ ਚੱਲਦੀ ਉਹਦੇ ਬਾਰੇ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਨੇ ਬਚਨ ਲਿਖੇ ਜੇ ਕੋ ਸਿੱਖ ਪੁਜਾਰੀ ਹੈ ਜੇ ਕੋਈ ਗੁਰੂ ਕਾ ਸਿੱਖ ਗੁਰੂ ਘਰ ਦਾ ਪੁਜਾਰੀ ਸੇਵਾ ਕਰਨ ਵਾਲਾ ਹੈ ਵੈ ਵੀ ਮਨ ਮੈਂ ਲੋਭ ਨਾ ਧਰੈ ਉਹ ਵੀ ਆਪਣੇ ਹਿਰਦੇ 'ਚ ਲਾਲਚ ਨਾ ਕਰੇ ਜਿਤਨਾ ਤਨ ਨਿਰਭਾ ਮਾਤਰ ਹੋਵੇ ਉਤਨਾ ਲੈ ਲਵੇ ਉਸ ਤੋਂ ਵੱਧ ਨੂੰ ਉਹ ਇਹ ਜਾਣੇ ਵੀ ਇਹ ਬਿਖ ਹੈ ਜ਼ਹਿਰ ਹੈ ਵੈ ਵੀ ਪੂਜਾ ਅਦਕ ਨਾ ਲਹੈ ਵੱਧ ਨਾ ਲਵੇ ਗੁਰੂ ਪਾਤਸ਼ਾਹ ਕਹਿਣ ਲੱਗੇ ਮਾਤਾ ਜੀ ਇਹ ਜਿਹੜਾ ਧਾਨ ਹੈ ਇਹ ਪੂਜਾ ਦਾ ਹੈ ਪੂਜਾ ਦਾ ਜਿਹੜਾ ਇਹ ਧਾਨ ਹੈ ਇਹਦਾ ਅੰਨ ਅਸੀਂ ਖਰੀਦ ਕੇ ਆਪਣੇ ਖਾਲਸੇ ਨੂੰ ਨਹੀਂ ਦੇ ਸਕਦੇ सो छुटवाए मनिंद हलाहल ਜਿਵੇਂ ਜ਼ਹਿਰ ਛੁਡਾਈਦਾ ਨਾ ਇਦਾਂ ਅਸੀਂ ਜ਼ਹਿਰ ਛੁਡਾਉਣਾ ਇਹਨਾਂ ਤੋਂ ਇਹ ਜ਼ਹਿਰ ਹੈ रचियो पंथ हम दीनी पाहुल ਪਾਤਸ਼ਾਹ ਕਹਿੰਦੇ ਅਸੀਂ ਇਹ ਪੰਥ ਰਚਿਆ ਤੇ ਪੰਥ ਨੂੰ ਖੰਡੇ ਦੀ ਪਾਹੁਲ ਦਿੱਤੀ ਹੈ जेकर अचह न वध है प्रतापू ਤੇ ਜੇ ਪੂਜਾ ਦਾ ਧਾਨ ਖਾਣ ਇਹਦੇ ਵਿੱਚ ਬੜੇ ਸਿਧਾਂਤਕ ਵਚਨ ਸੀ ਵੀ ਜੇ ਅਸੀਂ ਆਪਣੇ ਸਿੰਘਾਂ ਨੂੰ ਪੰਥ ਨੂੰ ਕਿਰਤ ਵਿਰਤ ਤੋਂ ਹਟਾ ਕੇ ਨਾ ਸਾਰਿਆਂ ਨੂੰ ਪੂਜਾ ਦਾ ਧਾਨ ਖਾਣ ਲਾ ਦਈਏ ਤੇ ਫਿਰ ਇਹਨਾਂ ਦਾ ਪ੍ਰਤਾਪ ਨਹੀਂ ਵਧਣਾ ਇਹ ਤਾਂ ਵਿਹਲੜ ਹੋ ਜਾਣਗੇ ਸਾਰੇ ਅਸੀਂ ਇਹਨਾਂ ਨੂੰ ਆਪ ਹਲ ਵਾਹਣਾ ਸਿਖਾਇਆ ਆਪ ਤੇਗ ਵਾਹ ਕੇ ਨਾ ਆਪਣੀ ਤੇਗ ਨਾਲ ਦੇਗ ਚਲਾਉਣ ਦਾ ਬਲ ਦਿੱਤਾ ਤੇਗ ਤੇ ਦੇਗ ਦੋਵੇਂ ਹੀ ਚੱਲਦੇ ਅਸੀਂ ਨਹੀਂ ਚਾਹੁੰਦੇ ਵੀ ਇਹ ਵਿਹਲੇ ਹੋ ਕੇ ਜਿਵੇਂ ਬ੍ਰਾਹਮਣਾਂ ਨੇ ਕੀਤਾ ਉਹ ਕੀ ਕਰਦੇ ਉਹ ਪੁਜਾਰੀ ਬਣ ਕੇ ਆਪਣੀ ਪੂਜਾ ਕਰਾਉਣ ਲੱਗ ਪਏ ਤੇ ਅਸੀਂ ਆਪਣੇ ਪੰਥ ਨੂੰ ਕਿਰਤ ਕਰਨੀ ਵੀ ਸਿਖਾਈ ਹੈ ਧਰਮ ਦੀ ਕਿਰਤ ਕਰਨੀ ਤੇ ਪੂਜਾ ਦਾ ਧਾਨ ਖਾਣਗੇ ਤੇ ਵਿਹਲੇ ਹੋਣਗੇ ਐਸ਼ ਪ੍ਰਸਤੀਆਂ 'ਚ ਪੈਣਗੇ ਔਰ ਐਸ਼ ਪ੍ਰਸਤੀਆਂ 'ਚ ਪੈ ਕੇ ਉਪਦੇਸ਼ ਦੂਜਿਆਂ ਨੂੰ ਦੇਣਗੇ ਜੀ ਇਹ ਪੁਜਾਰੀਆਂ ਦਾ ਰੱਬ ਹੈ ਆਪ ਐਸ਼ ਪ੍ਰਸਤੀ ਕਰਨਗੇ ਉਹ ਵੀ ਪੂਜਾ ਦਾ ਹੀ ਧਾਨ ਹੋਵੇਗਾ ਆਪ ਤੇ ਫਿਰ ਦੂਜਿਆਂ ਨੂੰ ਉਪਦੇਸ਼ ਦੇਣਗੇ ਵੀ ਤੁਸੀਂ ਹਲ ਵਾਹਿਆ ਕਰੋ ਦੂਜਿਆਂ ਨੂੰ ਉਪਦੇਸ਼ ਦੇਣਗੇ ਵੀ ਇਹ ਤਾਂ ਪੁਜਾਰੀਆਂ ਦਾ ਟੋਲਾ ਹੈ
ਮਹਾਰਾਜ ਜੀ ਕਹਿੰਦੇ ਅਸੀਂ ਆਪਣੇ ਪੰਥ ਨੂੰ ਕਿਰਤ ਕਰਨੀ ਸਿਖਾਇਆ ਹੈ ਕਿ ਆਪ ਮਿਹਨਤ ਕਰਕੇ ਫਿਰ ਇਹ ਪੂਜਾ ਦਾ ਧਾਨ ਹਲਾਹਲ ਹੈ, ਇਹਦੇ ਨਾਲ ਫਿਰ ਅੱਗੇ ਤਰੱਕੀ ਨਹੀਂ ਕਰਨਗੇ। ਅਸੀਂ ਇਹਨਾਂ ਨੂੰ ਵਧਾਉਣਾ ਮਾਤਾ ਜੀ, ਘਟਾਉਣਾ ਨਹੀਂ। ਵਧਣਗੇ ਤਾਂ ਜਦੋਂ ਆਪ ਬਲ ਦੇ ਨਾਲ ਕੰਮ ਕਰਨਗੇ। ਰਾਜ ਭਾਗ ਪ੍ਰਾਪਤ ਤਦੇ ਕਰਨਗੇ ਨਾ ਜੇ ਪਹਿਲਾਂ ਰਾਜ ਦੀ ਕਾਂਖਾ ਹੋਵੇਗੀ। ਜੇ ਆਖਣ ਵੀ ਅਸੀਂ ਤਾਂ ਵਧੀਆ ਖਾ ਰਹੇ ਹਾਂ, ਵਧੀਆ ਹੰਡਾ ਰਹੇ ਹਾਂ, ਸਾਨੂੰ ਕੀ ਲੋੜ ਆ ਰਾਜ ਭਾਗ ਦੀ, ਫਿਰ ਤਾਂ ਇੱਥੇ ਹੀ ਇੱਥੋਂ ਤੱਕ ਕੋਹਲੂ ਦੇ ਬੈਲ ਵਾਂਗੂ ਇੱਥੋਂ ਤੱਕ ਹੀ ਸੀਮਤ ਰਹਿ ਜਾਣਗੇ। ਮਾਤਾ ਜੀ ਅਸੀਂ ਤਾਂ ਆਪਣੇ ਪੰਥ ਦਾ ਰਾਜ ਕਾਇਮ ਕਰਨਾ, ਖਾਲਸੇ ਨੂੰ ਰਾਜ ਦੇਣਾ, ਤੇ ਜੇ ਰਾਜ ਲੈਣਾ ਤੇ ਉਹਦੇ ਵਾਸਤੇ ਇਹਨਾਂ ਨੂੰ ਘਾਲਣਾ ਤਾਂ ਘਾਲਣੀ ਪੈਣੀ ਹੈ ਨਾ। ਇਸ ਕਰਕੇ ਮਾਤਾ ਜੀ ਇਹ ਜਿਹੜਾ ਪੂਜਾ ਦਾ ਧਾਨ ਹੈ ਇਹ ਅਸੀਂ ਆਪਣੇ ਪੰਥ ਨੂੰ ਨਹੀਂ ਦੇ ਸਕਦੇ। ਮਹਿਰਣ ਵਿਖੈ ਹੋਏ ਰਿਪ ਖਾਪੂ। ਔਰ ਜੰਗ ਦੇ ਮੈਦਾਨ ਵਿੱਚ ਫਿਰ ਦੁਸ਼ਮਣਾਂ ਦਾ ਨਾਸ਼ ਕਿਵੇਂ ਕਰਨਗੇ? ਜਦੋਂ ਇਹਨਾਂ ਦੀ ਪੂਜਾ ਪ੍ਰਤਿਸ਼ਠਾ ਹੋਣ ਲੱਗ ਪਈ ਇਸੇ ਤਰ੍ਹਾਂ ਫਿਰ ਇਹਨਾਂ ਨੇ ਹਥਿਆਰ ਛੱਡ ਦੇਣੇ ਆ। ਵੀ ਕੀ ਲੋੜ ਹੈ ਹਥਿਆਰਾਂ ਦੀ? ਹੁਣ ਤਾਂ ਹਥਿਆਰਾਂ ਦਾ ਸਮਾਂ ਹੀ ਨਹੀਂ ਰਿਹਾ। ਇਹ ਹਥਿਆਰ ਛੱਡ ਦੇਣਗੇ ਤੇ ਦੁਸ਼ਮਣ ਇਹਨਾਂ ਤੇ ਹਾਵੀ ਹੋ ਜਾਵੇਗਾ। ਫਿਰ ਇਹ ਦੁਸ਼ਮਣਾਂ ਨੂੰ ਕਿਵੇਂ ਮਾਰਨਗੇ? ਜਗ ਮੈਂ ਰਹਿ ਦਾਰਦੀ ਸਦਾ। ਫਿਰ ਇਹ ਦਾਰਦੀ ਹੋ ਕੇ ਰਹਿਣਗੇ, ਜਿਵੇਂ ਕੋਈ ਦਲਿੱਦਰੀ ਹੁੰਦਾ ਏਦਾਂ ਦਾਰਦੀ ਤੇ ਦਲਿੱਦਰੀ ਬਣ ਕੇ ਰਹਿਣਗੇ। ਮਰਹਿ ਨਰਕ ਮੈਂ ਵਾਸੈ ਤਦਾ। ਹੋਰ ਫਿਰ ਜਦੋਂ ਕਰੈਕਟਰ ਤੋਂ ਡਿੱਗ ਜਾਣਗੇ, ਇੱਥੇ ਲੋਕ ਵੀ ਵਿਗੜ ਗਿਆ ਤੇ ਫਿਰ ਅੱਗੇ ਪਰਲੋਕ ਵੀ ਵਿਗੜ ਜਾਏਗਾ। ਮੁਗਲ ਪਠਾਨਨ ਸੋ ਪਿੱਤ ਭਾਈ। ਔਰ ਜਿਹੜੇ ਮੁਗਲ ਨੇ ਤੇ ਬਾਹਰ ਜਿਹੜੇ ਪਠਾਨ ਨੇ, ਉਹਨਾਂ ਮੁਗਲਾਂ ਤੇ ਪਠਾਨਾਂ ਦੇ ਨਾਲ ਉਹ ਸਾਰੀ ਛਿੱਤ, ਉਹਨਾਂ ਦੀ ਛਿੱਤ ਛਾਈ, ਉਹ ਸਾਰੀ ਛਿੱਤ ਦੇ ਉੱਤੇ ਇਸ ਵੇਲੇ ਮਾਲਕ ਹਨ। ਕਿਮਤਿਨ ਸਨ ਕਰ ਸਕਹਿ ਲੜਾਈ। ਇਹ ਫਿਰ ਉਹਨਾਂ ਨਾਲ ਕਿਵੇਂ ਲੜਾਈ ਕਰਨਗੇ, ਕਿਵੇਂ ਝਗੜਾ, ਜੰਗ ਕਿਵੇਂ ਕਰਨਗੇ? ਕਿਉਂਕਿ ਜਦੋਂ ਇਹ ਪੂਜਾ ਦਾ ਧਾਨ ਖਾਣ ਲੱਗ ਪਏ, ਪੂਜਾ ਕਰਾਉਣ ਲੱਗ ਪਏ, ਤੇ ਫਿਰ ਲੜਨ ਦਾ ਹੌਸਲਾ ਹੀ ਨਹੀਂ ਰਹਿਣਾ ਇਹਨਾਂ 'ਚ। ਉਹ ਪੂਜਾ ਦਾ ਧਾਨ ਕਿੰਨਾ ਕੁ ਚਿਰ ਰਹੇਗਾ? ਗਰੀਬੀ ਵਾਲੇ ਪਾਸੇ ਜਾਣਗੇ, ਆਪ ਮਿਹਨਤਾਂ ਕਰਨੀਆਂ ਛੱਡ ਦੇਣਗੇ, ਸੁਖ ਰਹਿਣੇ ਹਿਲ ਜਾਣਗੇ, ਤੇ ਬਾਹਰ ਜਿਹੜੇ ਮੁਗਲ ਨੇ ਜਾਂ ਇਹਨਾਂ ਦਾ ਰਾਜ ਹੈ, ਤੇ ਫਿਰ ਉਹਨਾਂ ਨਾਲ ਹਥਿਆਰ ਫੜ ਕੇ ਕਿਵੇਂ ਲੜਨਗੇ? ਇਸ ਕਰਕੇ ਮਾਤਾ ਜੀ ਅਸੀਂ ਇਹਨਾਂ ਨੂੰ ਆਪਣੇ ਆਪ ਯੋਗਾ ਕੀਤਾ ਕਿ ਆਪ ਆਪਣੇ ਬਲ ਨਾਲ ਆਪ ਮਾਰਨ ਤੇ ਆਪ ਖਾਣ। ਸ਼ੇਰ ਜਿਹੜਾ ਨਾ ਕਿਸੇ ਦੀ ਮਾਰੀ ਨਹੀਂ ਖਾਂਦਾ ਮਾਤਾ ਜੀ, ਇਹ ਸ਼ੇਰ ਨੇ ਮੇਰੇ, ਇਹ ਆਪ ਮਾਰ ਕੇ ਛਕਣਾ ਪਸੰਦ ਕਰਦੇ ਐ। ਕਿਸੇ ਦੀ ਮਾਰੀ ਨੂੰ ਖਾਣ ਵਾਲਾ ਤਾਂ ਸ਼ੇਰ ਨਹੀਂ ਨਾ ਹੁੰਦਾ। ਕੋਈ ਪਿੰਜਰੇ 'ਚ ਬੰਦ ਹੋਵੇ, ਪਿੰਜਰੇ ਵਿੱਚ ਬੰਦ ਕੀਤੇ ਹੋਏ ਨੂੰ ਭਾਵੇਂ ਕੋਈ ਬਾਹਰੋਂ ਲਿਆ ਕੇ ਮਾਰ ਕੇ ਖਵਾ ਦੇਵੇ, ਪਰ ਜਿਹੜਾ ਜੰਗਲ ਦਾ ਸ਼ੇਰ ਹੁੰਦਾ ਉਹ ਕਦੇ ਕਿਸੇ ਦੀ ਮਾਰੀ ਨਹੀਂ ਖਾਂਦਾ, ਆਪ ਮਾਰਦਾ ਤੇ ਆਪ ਖਾਂਦਾ। ਮਾਤਾ ਜੀ ਅਸੀਂ ਆਪਣਾ ਪੰਥ ਐਸਾ ਬਣਾਇਆ ਹੈ, ਸਚਿਵ ਸੈਨ ਦ੍ਰੁਗ ਕੋਸ਼ ਰੁਦੇਸ਼। ਜਿਹੜੇ ਆ ਤੁਰਕ ਨੇ ਇਹਨਾਂ ਕੋਲ ਸਚਿਵ ਵਜ਼ੀਰ ਨੇ, ਕਿਲੇ ਨੇ, ਦੇਸ਼ ਦੇ ਰਾਜ ਭਾਗ ਹਨ। ਲੱਛਣ ਨ੍ਰਿਪ ਕੇ ਅਹੈ ਵਿਸ਼ੇਸ਼। ਇਹ ਰਾਜਿਆਂ ਦੇ ਲੱਛਣ ਹੁੰਦੇ ਨੇ, ਵਜ਼ੀਰ ਹੋਣੇ, ਕਿਲੇ ਹੋਣੇ, ਦੇਸ਼ਾਂ ਦਾ ਰਾਜ ਹੋਣਾ, ਇਹ ਰਾਜ ਭਾਗ ਦੇ ਲੱਛਣ ਹਨ। ਤਿਨ ਕੋ ਮਾਰ ਗਰਦ ਮਹਿ ਮੇਲਨ। ਇਹ ਜਿਹੜੇ ਵੱਡੇ ਵੱਡੇ ਰਾਜੇ ਸਦਾਉਂਦੇ ਨੇ ਨਾ ਮਾਤਾ ਜੀ, ਮੇਰੇ ਇਸ ਖਾਲਸੇ ਨੇ ਇਹਨਾਂ ਨੂੰ ਮਾਰ ਕੇ ਗਰਦ ਵਿੱਚ ਮਿਲਾ ਦੇਣਾ। ਨਰਦ ਗਰਦ ਮੈਂ ਮਿਲਾਵੋ ਜੋ ਮਾਤੇ ਅਭਮਾਨ ਕੇ। ਵਿਜੈ ਛੰਦ। ਲੰਕ ਲੂਟ ਲਿਆਉ ਪਲਕ ਪੇਸ਼ ਖਾਨਾ ਚਲਾਉ। ਨਰਦ ਗਰਦ ਮੈਂ ਮਿਲਾਉ ਜੋ ਮਾਤੇ ਅਭਮਾਨ ਕੇ। ਰੂਮ ਨੌਬਤ ਬਜਾਉ ਪਾਤਸ਼ਾਹੀ ਲੈ ਕਰਾਉ ਤਖਤ ਸਾਚੇ ਸਹਿਬਾਨ ਕੇ। ਕਹਿੰਦੇ ਵੀ ਇਹ ਵੱਡੇ ਵੱਡੇ ਜਿਹੜੇ ਰਾਜੇ ਨੇ, ਆ ਬਾਦਸ਼ਾਹ, ਮੇਰੇ ਖਾਲਸੇ ਨੇ ਮਾਰ ਕੇ ਇਹਨਾਂ ਨੂੰ ਨਰਦ ਗਰਦ ਮੈਂ ਮਿਲਾਉ, ਇਹ ਗਰਦ ਚ ਮਿਲਾ ਦੇਣੇ ਹਨ। ਹੱਥ ਕਰ ਤੀਰ ਤੁਫੰਗਨ ਸੇਲਨ। ਬਰਛਿਆਂ ਨਾਲ, ਤਲਵਾਰਾਂ ਨਾਲ, ਬੰਦੂਕਾਂ ਨਾਲ, ਨੇਜਿਆਂ ਨਾਲ, ਤੀਰਾਂ ਨਾਲ, ਸ਼ਸਤਰਾਂ ਨਾਲ ਇਹਨਾਂ ਨੂੰ ਮਾਰਨਗੇ। ਅਬ ਤਪ ਕਰ ਹੈ ਸ਼ਕਤ ਕੋ ਪਾਵੇ। ਤੇ ਮਾਤਾ ਜੀ ਰਹੀ ਗੱਲ ਇਸ ਵੇਲੇ ਦੀ ਵੀ ਇਹ ਭੁੱਖੇ ਨੇ, ਕਈ ਦਿਨਾਂ ਤੇ ਇਹਨਾਂ ਨੂੰ ਭੋਜਨ ਨਹੀਂ ਮਿਲਿਆ। ਇਹ ਮੇਰੇ ਖਾਲਸੇ ਦੇ ਤਪ ਦਾ ਸਮਾਂ, ਤੇ ਤਪ ਇਦਾਂ ਹੀ ਹੁੰਦਾ ਮਾਤਾ ਜੀ।
ਇਹ ਤਪ ਕਰ ਰਿਹਾ ਹੈ ਮੇਰਾ ਪੰਥ। ਰਾਜ ਲੈਣਾ, ਬਲ ਲੈਣਾ, ਤੇ ਬਲ ਲੈਣ ਵਾਸਤੇ ਤਪ ਤਾਂ ਕਰਨਾ ਪੈਣਾ ਨਾ। ਇਸ ਵੇਲੇ ਆ ਜਿਹੜਾ ਸਮਾਂ ਹੈ ਮੇਰੇ ਪੰਥ ਦੇ ਉੱਤੇ ਮਾਤਾ ਜੀ, ਇਹ ਤਪ ਦਾ ਸਮਾਂ ਹੈ। ਇਹ ਹੁਣ ਤਪ ਕਰ ਰਹੇ ਹਨ। ਏਕ ਸਿੰਘ ਲੱਖੋ ਪਰਤਾਵੈ। ਤਪ ਕਰਕੇ ਇਹਨਾਂ ਵਿੱਚ ਇਹੋ ਜਿਹਾ ਬਲ ਆਉਣਾ ਮਾਤਾ ਜੀ ਕਿ ਮੇਰਾ ਇੱਕ ਇੱਕ ਸਿੰਘ ਲੱਖਾਂ ਤੇ ਭਾਰੂ ਹੋਣਾ। ਤਪ ਕਰਕੇ ਇਹਨਾਂ ਵਿੱਚ ਬਲ ਆਉਣਾ ਕਿ ਇੱਕ ਇੱਕ ਸਿੰਘ ਲੱਖਾਂ ਤੇ ਭਾਰੂ ਹੋਵੇਗਾ। ਖੜਗ ਕੇਤ ਨਿਤ ਬਨੈ ਸਹਾਏ। ਖੜਗ ਕੇਤ ਜਿਸ ਦੇ ਨਿਸ਼ਾਨ ਦੇ ਵਿੱਚ ਤਲਵਾਰ ਦਾ ਨਿਸ਼ਾਨ ਹੈ, ਕਹਿੰਦੇ ਉਹ ਰੱਬ, ਉਹ ਖੜਗ ਕੇਤ ਪ੍ਰਮਾਤਮਾ ਮੇਰੇ ਇਸ ਸਾਰੇ ਪੰਥ ਦਾ ਸਹਾਈ ਹੋਵੇਗਾ। ਮੇਰੇ ਇਸ ਪੰਥ ਦੀ ਸਹਾਇਤਾ ਮੇਰਾ ਉਹ ਖੜਗ ਕੇਤ ਅਕਾਲ ਪੁਰਖ ਵਾਹਿਗੁਰੂ ਕਰੇਗਾ, ਕਿਉਂਕਿ ਮੈਂ ਇਸ ਪੰਥ ਨੂੰ ਉਹਦੀ ਝੋਲੀ ਵਿੱਚ ਪਾਇਆ ਹੈ। ਹਾਂਜੀ, ਸੁਤ ਪਰ ਹੋਤ ਪਿਤਾ ਜਿਸ ਭਾਏ। ਕਹਿੰਦੇ ਜਿਵੇਂ ਪੁੱਤਰ ਦੇ ਉੱਤੇ ਪਿਤਾ ਦਾ ਦਇਆ ਭਾਵ ਹੁੰਦਾ ਨਾ, ਪੁੱਤਰ ਉੱਤੇ ਪਿਤਾ ਦੀ ਦ੍ਰਿਸ਼ਟੀ ਹੁੰਦੀ ਹੈ। ਗੋਦ ਮਾਤ ਦੇਵੀ ਕੇ ਪਾਇਓ। ਕਹਿੰਦੇ ਇਸੇ ਤਰ੍ਹਾਂ ਮੈਂ ਅਕਾਲ ਪੁਰਖ ਦੀ ਜਿਹੜੀ ਸ਼ਕਤੀ ਹੈ ਨਾ, ਉਸ ਸ਼ਕਤੀ ਦੀ ਗੋਦੀ ਵਿੱਚ ਮੈਂ ਇਸ ਪੰਥ ਨੂੰ ਪਾਇਆ ਹੈ। ਮਾਤਾ ਸਾਹਿਬ ਦੇਵਾਂ ਜੀ ਉਹ ਸ਼ਕਤੀ ਨੇ, ਤੇ ਅਕਾਲ ਪੁਰਖ ਰੂਪ ਗੁਰੂ ਕਲਗੀਧਰ ਪਾਤਸ਼ਾਹ ਪਿਤਾ ਨੇ। ਸਾਨੂੰ ਮਾਤਾ ਸਾਹਿਬ ਦੇਵਾਂ ਦੀ ਗੋਦੀ 'ਚ ਪਾਇਆ ਨਾ ਸਤਿਗੁਰਾਂ ਨੇ, ਕਲਗੀਧਰ ਜੀ ਨੇ। ਮਾਤਾ ਜੀ ਨੇ ਪੁੱਛਿਆ, ਮਹਾਰਾਜ ਮੇਰੇ ਘਰ ਨਹੀਂ ਲਾਲ, ਦੋਨਾਂ ਦੂਜੀਆਂ ਵੱਡੀਆਂ ਮਾਤਾਵਾਂ ਦੇ ਕੁੱਖ ਤੋਂ 4 ਸਾਹਿਬਜ਼ਾਦਿਆਂ ਨੇ ਜਨਮ ਲਏ ਨੇ, ਵੀ ਮੇਰੀ ਵੀ ਤਾਂ ਇੱਛਾ। ਪਾਤਸ਼ਾਹ ਕਹਿੰਦੇ ਸਾਹਿਬ ਦੇਵਾਂ ਜੀ ਤੁਹਾਡੀ ਗੋਦੀ ਵਿੱਚ ਮੈਂ ਆਪਣਾ ਪੰਥ ਪਾਉਣਾ, ਇਹ ਪੰਥ ਤੁਹਾਡਾ ਪੁੱਤਰ ਹੈ। ਸਤਿ ਸ੍ਰੀ ਅਕਾਲ। ਸਾਹਿਬ ਦੇਵਾਂ ਜੀ ਇਹ ਪੰਥ ਤੁਹਾਡਾ ਪੁੱਤਰ ਹੈ। ਇਸੇ ਕਰਕੇ ਖੰਡੇ ਦੀ ਪੌਲ ਛਕਾਣ ਵੇਲੇ ਅੱਜ ਵੀ ਕਹਿੰਦੇ ਆ ਪੰਜ ਸਿੰਘ ਕਿ ਅੱਜ ਤੋਂ ਬਾਅਦ ਤੁਸੀਂ ਸਿੰਘ ਹੋ। ਤੁਹਾਡੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਔਰ ਮਾਤਾ ਸਤਿਕਾਰਯੋਗ ਮਾਤਾ ਸਾਹਿਬ ਦੇਵਾਂ ਜੀ ਹਨ। ਤੁਸੀਂ ਆਨੰਦਪੁਰ ਸਾਹਿਬ ਦੇ ਵਾਸੀ ਹੋ। ਨਾਨਕੇ ਤੁਹਾਡੇ ਗੁਰੂ ਕੇ ਲਾਹੌਰ ਨੇ। ਇਹ ਇਤਿਹਾਸ ਪੰਜ ਦ੍ਰਿੜ ਕਰਾਉਂਦੇ ਆ। ਤੋ ਮਹਾਰਾਜ ਜੀ ਦੱਸ ਰਹੇ ਨੇ ਕਿ ਅਸੀਂ ਸ਼ਕਤੀ ਦੀ ਗੋਦ ਵਿੱਚ ਆਪਣੇ ਪੰਥ ਨੂੰ ਪਾਇਆ ਹੈ। ਨਿਤ ਪ੍ਰਤਪਾਲਨ ਬਨੈ ਸਹਾਇਓ। ਔਰ ਉਹ ਅਕਾਲ ਪੁਰਖ ਜੀ ਨੇ ਹੀ ਮਾਤਾ ਬਣ ਕੇ ਤੇ ਪਿਤਾ ਬਣ ਕੇ ਸਾਡੇ ਪੰਥ ਦੀ ਨਿਤ ਪ੍ਰਤਪਾਲਣਾ ਕਰਨੀ ਹੈ। ਨਿਤ ਆਪਣੇ ਪੰਥ ਦੀ ਸੰਭਾਲ ਕਰਨੀ ਹੈ, ਕਿਉਂਕਿ ਇਹ ਪੰਥ ਅਕਾਲ ਪੁਰਖ ਦਾ ਹੈ, ਔਰ ਇਸ ਦਾ ਰਾਖਾ ਵੀ ਖੁਦ ਅਕਾਲ ਪੁਰਖ ਆਪ ਹੈ। ਪੰਥ ਅਕਾਲ ਦਾ ਹੈ। ਪ੍ਰਗਟਿਓ ਖਾਲਸ ਪ੍ਰਮਾਤਮ ਕੀ ਮੌਜ। ਇਹ ਪ੍ਰਮਾਤਮਾ ਦੀ ਮੌਜ ਵਿੱਚ ਉਪਜਿਆ ਖਾਲਸਾ ਹੈ। ਖਾਲਸਾ ਅਕਾਲ ਪੁਰਖ ਕੀ ਫੌਜ। ਇਹ ਅਕਾਲ ਪੁਰਖ ਦੀ ਫੌਜ ਹੈ। ਪਰਮਾਤਮਾ ਦੀ ਮੌਜ ਵਿੱਚ ਉਪਜਿਆ ਹੈ ਇਹ ਖਾਲਸਾ। ਇਸ ਕਰਕੇ ਮਾਤਾ ਜੀ ਨੂੰ ਕਹਿ ਰਿਹਾ ਸਤਿਗੁਰੂ ਜੀ, ਮਾਤਾ ਜੀ ਇਸ ਪੰਥ ਦੇ ਰਾਖੇ ਅਕਾਲ ਪੁਰਖ ਜੀ ਆਪ ਹਨ, ਕਿਉਂਕਿ ਇਸ ਪੰਥ ਦੀਆਂ ਜੜ੍ਹਾਂ ਅਕਾਲ ਪੁਰਖ ਜੀ ਦੇ ਪੇਟ ਵਿੱਚ ਲੱਗੀਆਂ ਹੋਈਆਂ। ਕੋਈ ਆਖੇ ਪੰਥ ਦੀਆਂ ਜੜ੍ਹਾਂ ਕਿੱਥੇ ਨੇ? ਆਮ ਕਰਕੇ ਦੁਨੀਆ ਕਹਿੰਦੀ ਜੀ ਆ ਸਾਡੀਆਂ ਜੜ੍ਹਾਂ ਪਤਾਲ ਵਿੱਚ ਨੇ। ਉਹ ਕਹਿੰਦਾ ਮੈਂ ਪਤਾਲ ਚੋਂ ਵੀ ਪੁੱਟ ਕੇ ਲੈ ਆਵਾਂਗਾ। ਪਤਾਲ 'ਚ ਹੀ ਨੇ ਨਾ। ਪਰ ਖਾਲਸੇ ਦੀਆਂ ਜੜ੍ਹਾਂ ਕਿੱਥੇ ਨੇ ਭਲਾ ਕੋਈ ਪੁੱਛੇ? ਤੇ ਖਾਲਸੇ ਦੀਆਂ ਜੜ੍ਹਾਂ ਅਕਾਲ ਪੁਰਖ ਦੇ ਪੇਟ ਵਿੱਚ ਨੇ, ਤੇ ਪੂਰੇ ਵਿਸ਼ਵ ਭਰ ਵਿੱਚ ਅਕਾਲ ਪੁਰਖ ਤੋਂ ਵੱਧ ਤਾਕਤ ਕਿਸੇ ਵਿੱਚ ਨਹੀਂ ਜਿਹੜਾ ਅਕਾਲ ਪੁਰਖ ਦੇ ਪੇਟ ਨੂੰ ਪਾੜ ਕੇ ਪੰਥ ਦੀਆਂ ਜੜ੍ਹਾਂ ਨੂੰ ਪੁੱਟ ਸਕੇ। ਸਤਿ ਸ੍ਰੀ ਅਕਾਲ। ਇਸ ਕਰਕੇ ਪੰਥ ਦੇ ਰਾਖੇ ਮਾਤਾ ਜੀ ਅਕਾਲ ਪੁਰਖ ਜੀ ਨੇ। ਇਹ ਅਕਾਲ ਪੁਰਖ ਦੀ ਸ਼ਰਨ ਵਿੱਚ ਹੈ। ਛੁਦਾ ਪਿਪਾਸਾ ਕਸ਼ਟ ਬਿਸਾਲੇ। ਆ ਜਿਹੜੀ ਭੁੱਖ ਤਰੇ ਮੇਰਾ ਪੰਥ ਸਹਾਰ ਰਿਹਾ ਹੈ, ਵੱਡਾ ਕਸ਼ਟ ਜੋ ਮੇਰੇ ਪੰਥ ਦੇ ਉੱਤੇ ਹੈ। ਬਨੈ ਪੰਥ ਗੋਲੇ ਸਭ ਝਾਲੇ। ਇਹ ਪੰਥ ਝੱਲੇਗਾ ਆਪਣੇ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਇਹਨਾਂ ਨੂੰ ਬਲ ਮਿਲੇਗਾ ਇਸ ਦੁੱਖ ਨੂੰ ਝੱਲਣ ਦਾ। ਇਹ ਕਸ਼ਟ ਜਿਹੜਾ ਇਹਨਾਂ ਤੇ ਆਇਆ ਹੋਇਆ
ਇਸ ਕਸ਼ਟ ਨੂੰ ਅਕਾਲ ਪੁਰਖ ਜੀ ਨੇ ਹੀ ਬਲ ਦੇਣਾ ਇਹਨਾਂ ਨੂੰ ਝੱਲਣ ਵਾਸਤੇ। ਇਮਕੇ ਤਿਕ ਦਿਨ ਭਨਤ ਸੁਣੰਤੇ ਏਦਾਂ ਇਹ ਬਚਨ ਮਹਾਰਾਜ ਜੀ ਕਰਦੇ ਆ ਮਾਤਾ ਜੀ ਦੇ ਨਾਲ। ਮਹਾ ਛੁਦਤ ਕੋ ਭਏ ਬਰਤੰਤੇ ਏਦਾਂ ਬਹੁਤ ਜ਼ਿਆਦਾ ਡਾਢੀ ਭੁੱਖ ਸਿੰਘਾਂ ਨੂੰ ਸਤਾਉਂਦੀ ਹੈ। ਉਤਰਾਜੇ ਮਿਲ ਮਿਲ ਪਛਤਾਵਹਿ ਤੇ ਜੇ ਅੰਦਰ ਸਿੰਘਾਂ ਦੀ ਹਾਲਤ ਤੇ ਉਧਰ ਬਾਹਰ ਰਾਜੇ ਵੀ ਬੜੇ ਦੁਖੀ ਨੇ ਪਹਾੜੀਏ। ਉਹ ਵੀ ਤਾਂ ਕਈ ਮਹੀਨਿਆਂ ਤੋਂ ਬੈਠੇ ਆ ਬਾਹਰ ਤੇ ਉਹਨਾਂ ਵਾਸਤੇ ਕਿਹੜਾ ਸੁੱਖ ਹੈ, ਉਹ ਵੀ ਪਰੇਸ਼ਾਨ ਨੇ ਬਾਹਰ। ਉਹ ਮਿਲ ਮਿਲ ਕੇ ਪਛਤਾਉਂਦੇ ਹਨ। ਉਜਰਿਓ ਦੇਸ਼ ਦਰਬ ਖਰਚਾਵੈ ਕਹਿੰਦੇ ਸਾਡਾ ਦੇਸ਼ ਉਜੜ ਚੱਲਿਆ। ਪਹਾੜੀਆਂ ਦਾ ਇਲਾਕਾ ਸੀ, ਕਹਿੰਦੇ ਸਾਡਾ ਦੇਸ਼ ਉਜੜ ਚੱਲਿਆ। ਸੂਬੇਦਾਰ ਜ਼ਬਰਦਸਤੀ ਪੈਸਾ ਲੈਂਦੇ ਆ ਸਾਡੇ ਕੋਲੋਂ। ਅਸੀਂ ਕਦੇ ਕੋਈ ਚੀਜ਼ ਵੇਚਦੇ ਆ, ਕਦੇ ਕੋਈ ਵੇਚਦੇ ਆ, ਤਾਂ ਇਹਨਾਂ ਦੇ ਢਿੱਡ ਭਰ ਰਹੇ ਆ, ਤਨਖਾਹਾਂ ਦੇ ਰਹੇ ਆ, ਸਿਪਾਹੀ ਆਏ ਹੋਏ ਨੇ ਉਹਨਾਂ ਦੇ ਖਰਚ। ਕਹਿੰਦੇ ਅਸੀਂ ਉਜੜ ਚੱਲੇ ਆ। ਨਹਿ ਮੁਹਿੰਮ ਕਿਮ ਪੂਰਨ ਭਈ ਪਰ ਇਹ ਮੁਹਿੰਮ ਪੂਰੀ ਨਹੀਂ ਹੋ ਰਹੀ, ਇਹ ਲੰਮੀ ਹੁੰਦੀ ਚਲੀ ਜਾ ਰਹੀ ਹੈ। ਸ਼੍ਰੀ ਗੁਰ ਦ੍ਰਿੜਤਾ ਅਤਸ਼ੈ ਲਈ ਗੁਰੂ ਸਾਹਿਬ ਤਾਂ ਅੰਦਰ ਪੱਕੇ ਦ੍ਰਿੜ ਹਨ। ਲੱਖੋ ਫੌਜਾਂ ਖਰਚ ਬਿਸਾਲੇ ਉਹਨਾਂ ਕੋਲ ਅੱਗੇ ਫੌਜਾਂ ਵੀ ਨੇ, ਇਧਰ ਬਾਹਰ ਲੱਖਾਂ ਦੀ ਗਿਣਤੀ 'ਚ ਫੌਜ ਆ, ਉਹਨਾਂ ਦਾ ਫਿਰ ਖਰਚ ਵੀ ਬਹੁਤ ਜ਼ਿਆਦਾ ਹੈ। ਲੱਕੜੀ ਘਾਸ ਅੰਨ ਤੇ ਜਾਲੇ ਹੁਣ ਨਾ ਲੱਕੜੀਆਂ ਪੂਰੀਆਂ ਹੋ ਰਹੀਆਂ ਨੇ, ਨਾ ਘੋੜਿਆਂ ਵਾਸਤੇ ਘਾਹ ਪੱਠਾ। ਬਾਹਰ ਵੀ ਤੰਗੀ ਆ ਰਹੀ ਸੀ, ਲੱਖਾਂ ਦੀ ਗਿਣਤੀ 'ਚ ਘੋੜੇ ਸੀ। ਨੇੜੇ ਤੇੜੇ ਦੇ ਤਾਂ ਪਿੰਡ ਹੀ ਉੱਜੜ ਗਏ ਨੇ, ਨਾ ਕੋਈ ਫਸਲ ਰਹੀ, ਨਾ ਕੋਈ ਘਾਹ ਬੂਟਾ ਰਿਹਾ, ਨਾ ਲੱਕੜਾਂ ਰਹੀਆਂ। ਹੋਣ ਨਾ ਪਾਵੈ ਕਤਹੂ ਖੇਤੀ ਕਹਿੰਦੇ ਕਿਤੇ ਖੇਤੀ ਹੋ ਹੀ ਨਹੀਂ ਰਹੀ, ਫਸਲਾਂ ਨਹੀਂ ਉੱਗ ਰਹੀਆਂ। ਸੈਲ ਦੇਸ਼ ਭਾ ਅਪਦਾ ਸੇਤੀ ਸਾਰੇ ਪਹਾੜੀ ਇਲਾਕਿਆਂ ਦੇ ਵਿੱਚ ਬੜੀ ਵੱਡੀ ਆਪਦਾ ਆਈ ਹੋਈ ਹੈ। ਗੁਰ ਕੋ ਲਿਖੈ ਤ ਜੈਪੁਰ ਜਾਹੇ ਹੁਣ ਇਹਨਾਂ ਨੇ ਆਖਿਆ ਆਪਾਂ ਗੁਰੂ ਸਾਹਿਬ ਨੂੰ ਚਿੱਠੀ ਲਿਖੀਏ ਵੀ ਮਹਾਰਾਜ ਵਾਸਤਾ ਜੇ ਤੁਹਾਨੂੰ, ਤੁਸੀਂ ਆਨੰਦਪੁਰ ਸਾਹਿਬ ਛੱਡ ਕੇ ਚਲੇ ਜਾਓ। ਇੱਕ ਬਾਰ ਹੋਏ ਹਮਰੇ ਬਾਹੇ ਬਸ ਇੱਕ ਵਾਰ ਇੱਥੋਂ ਚਲੇ ਜਾਓ, ਮੁੜ ਕੇ ਭਾਵੇਂ ਫੇਰ ਆ ਜਿਓ, ਪਰ ਇੱਕ ਵਾਰੀ ਚਲੇ ਜਾਓ। ਲਸ਼ਕਰ ਫੇਰ ਸਕਲ ਚੜ ਜਾਵੇ ਜਦੋਂ ਇਹ ਸਾਰਾ ਤੁਰਕਾਂ ਦਾ ਲਸ਼ਕਰ ਆਇਆ ਹੋਇਆ ਚੜ ਕੇ ਚਲੇ ਜਾਣਗੇ, ਤਬੈ ਬਸਨ ਹਿਤ ਸਤਿਗੁਰ ਆਵੇ ਮੁੜ ਕੇ ਸਤਿਗੁਰੂ ਜੀ ਫੇਰ ਵਸਣ ਵਾਸਤੇ ਆ ਜਾਣ। ਇਬ ਸਲਾਹ ਕਰ ਲਿਖੇ ਪਠਾਏ ਏਦਾਂ ਸਲਾਹ ਕਰਕੇ ਪਹਾੜੀਆਂ ਨੇ ਚਿੱਠੀ ਲਿਖ ਕੇ ਭੇਜੀ। ਸ਼੍ਰੀ ਕਲਗੀਧਰ ਕੇ ਢਿਗ ਆਏ ਉਹ ਚਿੱਠੀ ਲੈ ਕੇ ਇਹਨਾਂ ਦਾ ਹਲਕਾਰਾ ਗੁਰੂ ਸਾਹਿਬ ਕੋਲ ਆਇਆ। ਸੁਨ ਕਰ ਸਤਿਗੁਰ ਨਾਹਿਨ ਮਾਨੀ ਕਲਗੀਧਰ ਜੀ ਨੇ ਜਦੋਂ ਸੁਣੀ ਚਿੱਠੀ, ਵੇਖੀ, ਪੜ੍ਹੀ ਤੇ ਮਹਾਰਾਜ ਜੀ ਨੇ ਨਹੀਂ ਮੰਨੀ। ਪਾਤਸ਼ਾਹ ਜਾਣਦੇ ਸੀ ਵੀ ਇਹ ਦਗਾ ਕਰਨਗੇ, ਪਹਾੜੀਏ ਵਿਸ਼ਵਾਸ ਕਰਨ ਲਾਇਕ ਨਹੀਂ। ਬਾਹਰ ਤੁਰਕਾਂ ਦਾ ਵੀ ਘੇਰਾ, ਉਹ ਹਮਲਾ ਕਰਨਗੇ। ਤੋ ਸਤਿਗੁਰੂ ਜੀ ਨੇ ਇਹਨਾਂ ਦੀ ਚਿੱਠੀ ਨਹੀਂ ਮੰਨੀ। ਕਪਟੀ ਪਰਬਤ ਕੋ ਨਰ ਜਾਨੀ ਪਾਤਸ਼ਾਹ ਜਾਣਦੇ ਨੇ ਪਰਬਤੀਏ ਜਿਹੜੇ ਨੇ ਪਹਾੜੀਏ ਕਪਟੀ ਹਨ। ਅੱਗੇ ਵੀ ਪਹਿਲਾਂ ਵੀ ਪਿੱਛੇ ਨਰਮੋਗੜ ਦੀ ਕਥਾ ਆਉਂਦੀ ਆ, ਮਹਾਰਾਜ ਜੀ ਬਾਹਰ ਆ ਕੇ ਬੈਠੇ, ਇਹਨਾਂ ਨੇ ਹਮਲਾ ਕਰ ਦਿੱਤਾ ਸੀ। ਹਾਂਜੀ, ਪੂਜਤ ਪਾਹਨ ਭੀਮਤ ਪਾਹਨ ਇਹ ਪੱਥਰਾਂ ਨੂੰ ਪੂਜ ਕੇ ਇਹਨਾਂ ਦੀ ਮੱਤ ਵੀ ਪੱਥਰ ਹੋ ਗਈ ਹੈ। ਜ਼ਫਰਨਾਮੇ 'ਚ ਗੁਰਦੇਵ ਨੇ ਬਕਾਇਦਾ ਇਹ ਪੰਕਤੀ ਲਿਖੀ ਔਰੰਗਜ਼ੇਬ ਨੂੰ। ਪਾਤਸ਼ਾਹ ਲਿਖਦੇ ਆ ਕਿ ਉਹ ਬੁੱਤ ਪਰਸਤੰਦ ਕੇ ਉਹ ਬੁੱਤ ਪਰਸਤ। ਇਹ ਪੱਥਰਾਂ ਨੂੰ ਪੂਜ ਕੇ ਇਹਨਾਂ ਦੀ ਅਕਲਾਂ ਵੀ ਪੱਥਰ ਹੀ ਹੋ ਗਈਆਂ ਹਨ। ਮ੍ਰਿਦਲ ਕਦਾਚਿਤ ਲਖੀਐ ਨਾਹਿਨ ਇਹਨਾਂ ਦੇ ਹਿਰਦੇ ਕੋਮਲ ਨਹੀਂ ਹਨ, ਇਹਨਾਂ ਅੰਦਰ ਮਿਰਦੁਲਤਾ ਨਹੀਂ ਹੈ। ਸਭ ਸਿੰਘਨ ਮੈਂ ਨਹੀਂ ਜਨਾਈ ਮਹਾਰਾਜ ਜੀ ਨੇ ਪਹਿਲਾਂ ਜਿਹੜੀ ਚਿੱਠੀ ਆਈ ਸੀ ਉਹ ਸਾਰੇ ਸਿੰਘਾਂ 'ਚ ਜਣਾਈ ਨਹੀਂ। ਪਹਿਲਾਂ ਜਿਹੜੀ ਚਿੱਠੀ ਆਈ ਉਹ ਮਹਾਰਾਜ ਜੀ ਨੇ ਆਪਣੇ ਕੋਲ ਜਾਂ ਕੁਝ ਸਿੰਘ ਜਿਹੜੇ ਗਿਣਤੀ ਦੇ ਸਨ ਉਹਨਾਂ ਨੂੰ ਹੀ ਪਤਾ ਲੱਗਾ। ਕਈ ਬੇਰ ਲਿਖ ਪੱਤਰ ਪਠਾਈ ਬਾਅਦ ਵਿੱਚ ਫਿਰ ਪਹਾੜੀਏ ਕਈ ਵਾਰੀ ਚਿੱਠੀਆਂ ਭੇਜਦੇ ਨੇ। ਇੱਕ ਦਿਨ ਸਿੰਘਨ ਲੱਗਿਓ ਦੀਵਾਨਾ ਇੱਕ ਦਿਨ ਸਤਿਗੁਰੂ ਜੀ ਦਾ ਸਿੰਘਾਂ ਦਾ ਦੀਵਾਨ ਲੱਗਾ ਹੋਇਆ ਹੈ। ਸਭ ਮਹਿ ਆਵਤ ਭਾ ਪਰਵਾਨਾ ਇੰਨੇ ਨੂੰ ਇੱਕ ਪਰਵਾਨਾ ਸਤਿਗੁਰਾਂ ਦੇ ਕੋਲ ਫਿਰ ਆਇਆ ਪਹਾੜੀਆਂ ਦਾ। ਲੈ ਕੇ ਪੰਮਾ ਤਿਨਹੁ ਅਮਾਤ ਕੌਣ ਆਇਆ? ਜਿਹੜਾ ਪੰਮਾ ਵਜ਼ੀਰ ਸੀ ਨਾ ਉਹਨਾਂ ਦਾ, ਪਹਾੜੀਆਂ ਦਾ ਵੱਡਾ ਪੰਮਾ ਪੁਰੋਹਿਤ, ਉਹ ਆਇਆ। ਕਰਤ ਸਪਥ ਕੋ ਭਾਖਤ ਬਾਤ ਪਰਵਾਨਾ ਲੈ ਕੇ ਮਹਾਰਾਜ ਜੀ ਕੋਲ ਪਹੁੰਚਿਆ ਤੇ ਸਪਤ ਲੈ ਕੇ ਕਹਿੰਦਾ ਜੀ ਸਾਨੂੰ ਕਸਮ ਲੱਗੇ ਗਊ ਦੀ, ਅਸੀਂ ਗਊ ਦੀ ਕਸਮ ਖਾਂਦੇ ਹਾਂ, ਆਪਣੇ ਧਰਮ ਦੀ, ਈਮਾਨ ਦੀ ਕਸਮ ਖਾਂਦੇ ਹਾਂ। ਮਹਾਰਾਜਨ ਕੇ ਮਨ ਮਲ ਛਲ ਕੋਈ ਇਸ ਵੇਲੇ ਰਾਜਿਆਂ ਦੇ ਮਨਾਂ 'ਚ ਕੋਈ ਛਲ ਨਹੀਂ ਹੈ। ਰਾਜੇ ਤੁਹਾਡੇ ਪ੍ਰਤੀ ਬਿਲਕੁਲ ਸਾਫ਼ ਨੇ, ਉਹਨਾਂ ਦੇ ਦਿਲ ਇਸ ਵੇਲੇ ਸਾਫ਼ ਨੇ, ਉਹਨਾਂ ਅੰਦਰ ਕੋਈ ਛਲ ਨਹੀਂ।
ਚਾਹੇ ਕਿ ਜੰਗ ਸਮਾਪਤ ਹੋਈ। ਬਸ ਉਹ ਇਹ ਚਾਹੁੰਦੇ ਨੇ ਵੀ ਕਿਸੇ ਤਰੀਕੇ ਜਿਹੜਾ ਜੰਗ ਹੈ ਸਮਾਪਤ ਹੋ ਜਾਏ। ਪਠਿਓ ਸਭਿਲ ਮੈਂ ਸੁਣ ਇਸ ਭਾਂਤੀ। ਆ ਚਿੱਠੀ ਉਹਨਾਂ ਨੇ ਆਪ ਜੀ ਕੋਲ ਭੇਜੀ, ਆਪ ਜੀ ਸੁਣੋ। ਕਰ ਕੈ ਧਰਮ ਲਿਖੀ ਹਮ ਪਾਤੀ। ਇਹਦੇ ਚ ਬਕਾਇਦਾ ਕਸਮ ਲਿਖੀ ਵੀ ਹੋਈ ਹੈ, ਜ਼ੁਬਾਨੀ ਨਹੀਂ ਹੈ, ਲਿਖੀ ਵੀ ਹੋਈ ਆ ਕਸਮ। ਤੇ ਆਹ ਵੇਖੋ ਜੀ, ਆਟੇ ਦੀ ਗਾਂ ਵੀ ਉਹਨਾਂ ਨੇ ਬਣਾ ਕੇ ਭੇਜੀ ਹੈ। ਜੇਤਿਕ ਸਮਾਜ ਆਦ ਧਨ ਭਾਰੇ। ਤੇ ਜਿੰਨਾ ਵੀ ਤੁਹਾਡਾ ਸਮਾਜ ਜਾਂ ਜਿਤਨਾ ਵੀ ਤੁਹਾਡੇ ਕੋਲ ਸੰਪਦਾ ਹੈ, ਲੈ ਕਰ ਨਿਕ ਸੋ ਸਭ ਸੰਭਾਰੇ। ਆਪ ਜੀ ਉਹ ਸਾਰਾ ਕੁਝ ਸੰਭਾਲ ਕੇ ਇੱਥੋਂ ਬੇਫਿਕਰੀ ਨਾਲ ਚਲੇ ਜਾਓ। ਤੁਹਾਡੀ ਜਾਨ ਤੇ ਮਾਲ ਦਾ ਕੋਈ ਨੁਕਸਾਨ ਨਹੀਂ ਹੋਵੇਗਾ। ਜਿਤ ਚਿਤ ਬਾਂਚ ਹੋ ਤਿਤ ਹੈ ਭਿਆਨ ਹੋ। ਜਿੱਧਰ ਤੁਹਾਡਾ ਮਨ ਕਰੇ ਚਲੇ ਜਾਓ, ਤੁਹਾਨੂੰ ਕੋਈ ਰੋਕ ਟੋਕ ਨਹੀਂ। ਤੁਰ ਕਰੋ ਹਮ ਤੇ ਸ਼ੰਕ ਨਾ ਮੰਨ ਹੋ। ਤੁਰਕਾਂ ਵੱਲੋਂ ਜਿਹੜੀ ਤੁਰਕਾਂ ਦੀ ਫੌਜ ਹੈ ਤੇ ਸਾਡੇ ਵੱਲੋਂ ਤੁਸੀਂ ਆਪਣੇ ਮਨ 'ਚ ਕੋਈ ਸ਼ੰਕਾ ਨਾ ਕਰੋ। ਜਿਸ ਜਿਤ ਕਹੋ ਛੋੜ ਦੇ ਰਾਹੂ। ਜਿਹੜੇ ਪਾਸਿਓਂ ਤੁਸੀਂ ਕਹੋਗੇ ਅਸੀਂ ਰਸਤਾ ਖਾਲੀ ਕਰ ਦਿੰਨੇ, ਉਧਰੋਂ ਹੀ ਤੁਸੀਂ ਨਿਕਲ ਜਾਓ। ਜਿਹੜਾ ਰਸਤਾ ਕਹੋਗੇ ਉਹ ਰਸਤਾ ਅਸੀਂ ਖਾਲੀ ਕਰ ਦਿਆਂਗੇ। ਨਿਜ ਪਰਿਵਾਰ ਸਹਿਤ ਚੱਲ ਜਾਓ। ਔਰ ਆਪਣੇ ਪਰਿਵਾਰ ਸਹਿਤ ਗੁਰੂ ਜੀ ਤੁਸੀਂ ਚਲੇ ਜਾਓ। ਸੁਨ ਬੀਰਨ ਕੋ ਧੀਰਜ ਆਇਓ। ਇਹ ਸੁਣ ਕੇ ਜਿਹੜੇ ਯੋਧੇ ਸਿੰਘ ਬੈਠੇ ਸਨ ਹੋਰ ਮਹਾਰਾਜ ਜੀ, ਉਹਨਾਂ ਨੂੰ ਹੌਸਲਾ ਜਿਹਾ ਬਣ ਗਿਆ ਵੀ ਇਹ ਤਾਂ ਵਾਕਈ ਗੱਲ ਬਣ ਗਈ ਹੈ। ਤੇ ਜਿਹੜੇ ਉਹ ਸਿੰਘ ਹੋਰ ਬੈਠੇ ਉਹਨਾਂ ਨੂੰ ਧੀਰਜ ਆ ਗਿਆ। ਸ਼੍ਰੀ ਗੁਜਰੀ ਢਿਗ ਜਾਏ ਬਤਾਇਓ। ਉਹਨਾਂ ਨੇ ਜਾ ਕੇ ਮਾਤਾ ਗੁਜਰੀ ਜੀ ਨੂੰ ਦੱਸਿਆ। ਸ਼੍ਰੀ ਪ੍ਰਭ ਮੰਨੈ ਨ ਇਹ ਪਾਤੀ। ਕਹਿਣ ਲੱਗੇ ਮਾਤਾ ਜੀ, ਗੁਰੂ ਸਾਹਿਬ ਨੇ ਚਿੱਠੀ ਨਹੀਂ ਮੰਨਣੀ। ਤੁਮ ਬਿਨ ਕਹਿ ਨਾ ਸਕੈ ਹਿਤ ਬਾਤੀ। ਸਾਡੇ 'ਚ ਇੰਨੀ ਤਾਕਤ ਨਹੀਂ ਅਸੀਂ ਗੁਰੂ ਜੀ ਨੂੰ ਕਹੀਏ। ਮਾਤਾ ਜੀ ਤੁਸੀਂ ਕਹਿ ਸਕਦੇ ਹੋ। ਇਮ ਕੈ ਮਾਤਾ ਕੋ ਸੰਗ ਲਿਆਏ। ਏਦਾਂ ਕਹਿ ਕੇ ਕੁਝ ਸਿੰਘ ਮਾਤਾ ਜੀ ਨੂੰ ਨਾਲ ਲੈ ਆਏ। ਮਨਵਾਇਓ ਚਾਹਿਤ ਸਮੁਦਾਏ। ਔਰ ਇਹ ਚਿੱਠੀ ਜਿਹੜੀ ਪਹਾੜੀਆਂ ਨੇ ਲਿਖ ਕੇ ਭੇਜੀ ਆ, ਸਤਿਗੁਰਾਂ ਨੂੰ ਮਨਾਉਣਾ ਚਾਹੁੰਦੇ ਹਨ। ਸ਼੍ਰੀ ਗੁਜਰੀ ਬੈਠੀ ਹੋਏ ਨੇੜੇ। ਸਤਿਕਾਰਯੋਗ ਮਾਤਾ ਗੁਜਰੀ ਜੀ ਸਤਿਗੁਰਾਂ ਦੇ ਨੇੜੇ ਆ ਕੇ ਬੈਠੇ। ਸਕਲ ਖਾਲਸਾ ਮਿਲਤੇ ਸਬੇਰੇ। ਔਰ ਸਾਰੇ ਸਿੰਘ ਵੀ ਆਣ ਕੇ ਬੈਠ ਗਏ ਮਿਲ ਕੇ। ਸ਼੍ਰੀ ਗੁਜਰੀ ਸੁਤ ਕੋ ਸਮਝਾਵੇ। ਮਾਤਾ ਗੁਜਰੀ ਜੀ ਕਲਗੀਧਰ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਅਬ ਤੋਂ ਬਾਤ ਭਲੀ ਹੋਏ ਜਾਵੇ। ਕਹਿਣ ਲੱਗੇ ਲਾਲ ਜੀ ਇਹ ਤਾਂ ਬੜੀ ਵਧੀਆ ਗੱਲ ਹੋ ਗਈ। ਸਤਿਗੁਰਾਂ ਨੂੰ ਤਾਂ ਪਤਾ ਸੀ ਵੀ ਇਹੋ ਜਿਹੀਆਂ ਚਿੱਠੀਆਂ ਪਹਿਲਾਂ ਵੀ ਬਥੇਰੀਆਂ ਆਈਆਂ, ਉਹ ਸਤਿਗੁਰਾਂ ਤੱਕ ਹੀ ਸਨ। ਹੁਣ ਸਿੰਘਾਂ ਨੂੰ ਵੀ ਪਤਾ ਲੱਗ ਗਈਆਂ, ਜਿਹੜੇ ਬਾਹਰ ਦੇ ਹੋਰ ਸਾਰੇ ਸਿੰਘਾਂ ਨੂੰ। ਪਹਿਲਾਂ ਕੁਝ ਜਿਹੜੇ ਨੇੜੇ ਦੇ ਸਨ ਉਹਨਾਂ ਨੂੰ ਹੀ ਪਤਾ ਸੀ। ਮਾਤਾ ਜੀ ਕਹਿਣ ਲੱਗੇ ਲਾਲ ਜੀ ਤਾਂ ਬੜੀ ਵਧੀਆ ਗੱਲ ਆਪਣੇ ਭਲੇ ਦੀ ਹੋ ਰਹੀ ਹੈ। ਸਬਰਿ ਪਕਰ ਹੀ ਧਰਮ ਈਮਾਨ। ਦੇਖੋ ਜੀ, ਸਾਰੇ ਦੁਸ਼ਮਣਾਂ ਨੇ ਧਰਮ ਇਮਾਨ ਕੀਤਾ, ਉਹਨਾਂ ਨੇ ਕਸਮ ਖਾਧੀ ਹੈ। ਇਕ ਸੌ ਸਭਿਨ ਬਚਾਵਹੁ ਪ੍ਰਾਨ। ਤੇ ਆਪਾਂ ਇੱਥੋਂ ਨਿਕਲ ਚੱਲੀਏ, ਸਾਰਿਆਂ ਦੇ ਪ੍ਰਾਣ ਬਚਾ ਲਈਏ। ਸੁਖੀ ਸਾਥ ਅਰ ਤੁਮ ਸੁਖ ਪਾਵੋ। ਕਿਉਂਕਿ ਸੁਖੀ ਸਾਥੀ ਹੋਣਗੇ ਤੇ ਤੁਸੀਂ ਵੀ ਸੁਖੀ ਰਹੋਗੇ। ਕਹੇ ਮਾਤ ਕੇ ਬਾਤ ਕਮਾਵੋ। ਤੇ ਮਾਤਾ ਦਾ ਕਹਿਣਾ ਮੰਨ ਲਓ ਲਾਲ ਜੀ, ਮੈਂ ਤੁਹਾਡੀ ਮਾਂ ਆ ਤੇ ਮੇਰਾ ਕਹਿਣਾ ਮੰਨ ਲਓ। ਸਜੋ ਆਨੰਦਪੁਰ ਦੇਰ ਨ ਕੀਜੈ। ਜਿਵੇਂ ਲਾੜ ਨਾਲ ਨਹੀਂ ਕਹਿੰਦੀਆਂ ਹੁੰਦੀਆਂ ਮਾਵਾਂ, ਮੇਰਾ ਪੁੱਤ ਮੇਰੀ ਗੱਲ ਨਹੀਂ ਮੰਨਦਾ। ਮੇਰੀ ਗੱਲ ਤਾਂ ਮੰਨੋਗੇ ਨਾ, ਆਪਣੀ ਮਾਂ ਦੀ ਤਾਂ ਗੱਲ ਮੰਨੋਗੇ ਨਾ, ਮੈਂ ਤੁਹਾਡੀ ਮਾਂ ਆ। ਏਦਾਂ ਮਾਤਾ ਗੁਜਰੀ ਜੀ ਕਹਿੰਦੇ ਹਨ। ਪ੍ਰਾਨ ਦਾਨ ਸਭ ਹਿਲ ਕੋ ਦੀਜੈ। ਜਦੋਂ ਮੇਰੀ ਗੱਲ ਮੰਨ ਲੋਗੇ ਤੇ ਸਾਰਿਆਂ ਨੂੰ ਪ੍ਰਾਣ ਦਾਨ ਮਿਲੇਗਾ। ਜੇ ਹੋਏ ਅੰਤਰ ਖਰਚ ਵਿਸਾਲਾ। ਤੇ ਅੰਦਰ ਤਾਂ ਹੁਣ ਖਰਚ ਬਹੁਤ ਜ਼ਿਆਦਾ, ਇੱਥੇ ਸਿੰਘਾਂ ਨੂੰ ਭੋਜਨ ਵੀ ਨਹੀਂ ਮਿਲ ਰਿਹਾ। ਬਨੈ ਲਰਨ ਤੁਮ ਕੋ ਚਿਰ ਕਾਲਾ। ਇੱਥੇ ਖਬਰੇ ਕਿੰਨਾ ਚਿਰ ਹੋਰ ਲੜਨਾ ਪਵੇ। ਸਰਬ ਭਾਂਤ ਕੋ ਸੰਕਟ ਅੰਤਰ। ਇੱਥੇ ਬੇਅੰਤ ਪ੍ਰਕਾਰ ਦੇ ਆਉਣ ਵਾਲੇ ਸਮੇਂ 'ਚ ਹੋਰ ਸੰਕਟ ਵਧਣਗੇ। ਤਿਆਗਨ ਕੋ ਸ਼ੁਭ ਲਖੋ ਨਿਰੰਤਰ। ਇਸ ਕਰਕੇ ਹੁਣ ਸ਼ੁਭ ਤਾਂ ਇਹੀ ਹੈ ਕਿ ਆਪਾਂ ਆਨੰਦਪੁਰ ਸਾਹਿਬ ਛੱਡ ਦਈਏ। ਕੇਵਲ ਚਾਹੇ ਭੂਮਿਕਾ ਸੋਈ। ਉਹ ਕੱਲੀ ਭੂਮਿਕਾ ਚਾਹੁੰਦੇ ਨੇ ਵੀ ਇੱਕ ਵਾਰੀ ਛਡਾਣਾ ਚਾਹੁੰਦੇ ਹਨ ਆਨੰਦਪੁਰ ਸਾਹਿਬ। ਕਪਟ ਘਾਤ ਕੋ ਕਰੈ ਨ ਕੋਈ। ਉਹਨਾਂ ਨੇ ਕੋਈ ਕਪਟ ਜਾਂ ਕੋਈ ਘਾਤ ਜਾਂ ਕੋਈ ਹੋਰ ਛਲ ਨਹੀਂ ਕਰਨਾ। ਉਹ ਆਖਦੇ ਨੇ ਅਬ ਹੈ ਸਮਾ ਆਛੈ ਨਿਕ ਸੈਬੋ। ਹੁਣ ਬੜਾ ਵਧੀਆ ਸਮਾਂ ਨਿਕਲਣ ਦਾ, ਨਿਕਲ ਚੱਲੀਏ। ਅਵਸਰ ਬੀਤਿਓ ਹਾਥ ਨਹਿ ਪੈਬੋ। ਜੇ ਮੌਕਾ ਲੰਘ ਗਿਆ ਲਾਲ ਜੀ ਮੁੜ ਕੇ ਹੱਥ ਨਹੀਂ ਆਉਣਾ। ਦੇਖੋ ਛੁਦਿਤ ਕਿਤੇ ਦਿਨ ਬੀਤੇ। ਤੇ ਭੁੱਖ ਨਾਲ ਵੇਖੋ ਸਿੰਘਾਂ ਦੇ ਕਿੰਨੇ ਦਿਨ ਬੀਤ ਗਏ ਨੇ। ਜੂਝੈ ਰਹਿਣ ਦਿਵਸ ਨਿਰਭੀਤੇ। ਫਿਰ ਰਾਤ ਦਿਨ ਨਿਰਭੈ ਹੋ ਕੇ ਸਿੰਘ ਜੂਝ
ਫੌਜ ਰਹੇ ਨੇ। ਉਤਗਿਰ ਪਤਿਅਰ ਸ਼ਾਹ ਸਮੇਤ ਉਧਰ ਪਹਾੜੀ ਰਾਜੇ ਤੇ ਜਿਹੜੇ ਸੂਬੇਦਾਰ ਆਏ ਨੇ ਬਾਦਸ਼ਾਹ ਦੇ ਭੇਜੇ ਹੋਏ, ਅਹਿਦ ਧਰਮ ਕੋ ਕਰਹਿ ਸੰਕੇਤ। ਉਹ ਸਾਰੇ ਕਸਮਾਂ ਖਾ ਰਹੇ ਨੇ ਕੁਰਾਨ ਦੀਆਂ ਤੇ ਆਪਣੇ ਆਪਣੇ ਈਮਾਨ ਦੀਆਂ। ਹੀਰੋ ਲਸ਼ਕਰ ਵੱਡਿਓ ਵਡੇਰਾ ਦੇਖੋ ਉਹਨਾਂ ਦਾ ਕਿੱਡਾ ਵੱਡਾ ਲਸ਼ਕਰ ਹੈ। ਖਵਾਜੇ ਆਨ ਕੀ ਲਿਆ ਵਡੇਰਾ ਉਹ ਸਾਰੇ ਪਾਸੇ ਡੇਰਾ ਕਰਕੇ ਬੈਠੇ ਹੋਏ ਨੇ। ਕੀੜੇ ਕੋ ਉਠਾਏ ਢਿਗ ਸ਼ਾਹੂ ਇਹ ਵੱਡੇ ਵੱਡੇ ਸੂਬੇਦਾਰ ਆਏ ਨੇ ਬਾਦਸ਼ਾਹ ਕੋਲ, ਬੀੜਾ ਚੱਬ ਕੇ ਆਏ ਨੇ ਪਾਨ ਦਾ। ਹੱਥ ਲਗੇ ਪਕੜਨ ਆਇਓ ਪਾਹੂ ਇਹ ਪ੍ਰਣ ਕਰਕੇ ਆਏ ਨੇ ਵੀ ਜਾਂ ਗੁਰੂ ਜੀ ਨੂੰ ਮਾਰਾਂਗੇ ਜਾਂ ਪਕੜ ਕੇ ਲੈ ਕੇ ਜਾਵਾਂਗੇ। ਚੁੱਕੋ ਨਹੀਂ ਲਿਓ ਸਭਿਨ ਬਚਾਏ। ਤੇ ਹੁਣ ਮੌਕਾ ਹੈ ਕਿ ਆਪਾਂ ਸਾਰਿਆਂ ਨੂੰ ਬਚਾ ਲਈਏ, ਇੱਥੋਂ ਨਿਕਲ ਚੱਲੀਏ। ਜੀਵਨ ਕੇ ਸਭ ਭਲੀ ਨਾ ਕਾਏ ਕਿਉਂਕਿ ਜੀਵਨ ਵਰਗੀ ਤਾਂ ਕੋਈ ਚੀਜ਼ ਨਹੀਂ ਹੈ ਸੰਸਾਰ ਵਿੱਚ। ਜੀਵਨ ਤੇ ਸਗਰੇ ਵਿਵਹਾਰ ਜੇ ਜੀਵਾਂਗੇ ਤੇ ਸਾਰੇ ਵਿਵਹਾਰ ਹੋਣਗੇ। ਜੀਵਤ ਕਰ ਹੈ ਜਤਨ ਹਜ਼ਾਰ ਜੇ ਜੀਵਦੇ ਰਾਂਗੇ ਤੇ ਅੱਗੇ ਹੋਰ ਕਈ ਯਤਨ ਕਰ ਸਕਦੇ ਆ। ਸਿੰਘਨ ਅਰਜਨ ਨੀਤੇ ਸੁਣ ਕੇ ਜਦੋਂ ਸਿੰਘਾਂ ਨੇ ਵੀ ਇਹ ਬਚਨ ਕਹੇ, ਫਿਰ ਮਾਤਾ ਜੀ ਨੇ ਵੀ ਕਹੇ। ਸ੍ਰੀ ਪ੍ਰਭ ਸਭ ਤੇ ਬੇਰੁਖ ਬਨ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਫਿਰ ਇੱਕ ਵਾਰੀ ਬੀ ਰਸ ਵਿੱਚ ਆ ਗਏ। ਕੁਛ ਕਠੋਰਤਾ ਸਹਿਤ ਬਖਾਨਾ ਬੀ ਰਸ ਵਿੱਚ ਆ ਕੇ ਮਹਾਰਾਜ ਜੀ ਬੋਲੇ, ਕਹਿਣ ਲੱਗੇ, ਪਰਬਤ ਬਾਸੀ ਗਨ ਡੁਗਰਾਨਾ। ਮਹਾਰਾਜ ਜੀ ਕਹਿੰਦੇ ਡੋਗਰੇ ਨੇ ਮਾਤਾ, ਡੋਗਰੇ ਇਹ ਪਹਾੜੀਏ, ਇਹ ਡੋਗਰੇ ਨੇ, ਇਹਨਾਂ ਦਾ ਵਿਸ਼ਵਾਸ ਨਹੀਂ ਕਰਨਾ। ਇਹ ਗੱਲ ਅਕਾਲੀ ਬਾਬਾ ਫੂਲਾ ਸਿੰਘ ਵੀ ਕਹਿੰਦੇ ਰਹੇ, ਸ਼ੇਰੇ ਪੰਜਾਬ ਰਣਜੀਤ ਸਿੰਘ ਹੋਣਾ ਨੂੰ, ਸ਼ੇਰੇ ਪੰਜਾਬ ਜੀ ਇਹਨਾਂ ਡੋਗਰਿਆਂ ਦਾ ਵਿਸ਼ਵਾਸ ਨਾ ਕਰੋ। ਕਲਗੀਆਂ ਵਾਲੇ ਪਾਤਸ਼ਾਹ ਨੇ ਵੀ ਇਹ ਬਚਨ ਕਹੇ, ਸਿੰਘੋ ਇਹ ਡੋਗਰੇ ਨੇ ਪਹਾੜੀਏ, ਇਹਨਾਂ ਦਾ ਵਿਸ਼ਵਾਸ ਨਾ ਕਰੋ। ਨਿਤ ਹੀ ਪੂਜਤ ਬਹੁਤ ਪਖਾਨਾ ਇਹ ਪੱਥਰਾਂ ਨੂੰ ਪੂਜਣ ਵਾਲੇ ਲੋਕ ਨੇ, ਇਹਨਾਂ ਦੇ ਦਿਲ ਪੱਥਰ ਹੋ ਗਏ ਨੇ, ਇਹਨਾਂ ਅੰਦਰ ਕੋਈ ਰਹਿਮ ਕੋਈ ਕਰੁਣਾ ਨਹੀਂ। ਜਾਂ ਤੇ ਮਤ ਪਾਖਾਨ ਸੰਬਾਨਾ ਇਹ ਪੱਥਰ ਸਮਾਨ ਹੀ ਹੋ ਗਏ ਨੇ ਇਹਨਾਂ ਦੇ ਦਿਲ ਦਿਮਾਗ। ਸਭ ਕੂੜੇ ਕੂੜਾ ਕਰ ਜੋਰਾ ਇਹ ਝੂਠੇ ਨੇ, ਝੂਠੇ ਜ਼ੋਰ ਲਾਉਂਦੇ ਐ। ਕੂੜੋ ਪੰਮਾ ਫਿਰਤ ਬਹੋਰਾ ਆ ਜਿਹੜਾ ਪੰਮਾ, ਇਹਦੇ ਤੇ ਯਕੀਨ ਕਰਦੇ ਹੋ, ਅੱਗੇ ਭੁੱਲ ਗਏ ਜੇ ਇਹੀ ਲਿਆਇਆ ਸੀ ਪਹਿਲਾਂ ਵੀ ਆਟੇ ਦੀ ਗਾਂ, ਇਹਨੇ ਹੀ ਪਹਿਲਾਂ ਤੋਪਾਂ ਚਲਵਾਈਆਂ ਸਨ। ਮਾਤਾ ਜੀ ਇਹਨਾਂ ਦਾ ਕੀ ਯਕੀਨ ਕਰਨਾ ਹੋਇਆ। ਵਧੈ ਖਾਲਸਾ ਜਾਣੈ ਨਾਹੀ ਖਾਲਸਾ ਵਧੇਗਾ ਸਾਡਾ ਇਹ ਨਹੀਂ ਜਾਣਦੇ। ਲਹਿ ਪਲਟਾ ਛੋਰਹਿ ਕਾਹੀ ਇਹਨਾਂ ਕੋਲੋਂ ਬਦਲਾ ਲੈਣਾ ਨਹੀਂ ਛੱਡਣੇ ਪਾਪੀ ਮਲੇਛ। ਇਨ ਕੋ ਕਿਮ ਹੋਇ ਹੈ ਪਤਿਆਰਾ ਇਹਨਾਂ ਨਾਲ ਸਾਡਾ ਜੰਗ ਹੁੰਦਾ ਤੇ ਇਹਨਾਂ ਤੇ ਅਸੀਂ ਕਿਵੇਂ ਯਕੀਨ ਕਰ ਲਈਏ, ਕਿਵੇਂ ਭਰੋਸਾ। ਕਦੇ ਦੁਸ਼ਮਣ ਤੇ ਭਰੋਸਾ ਕੀਤਾ ਜਾ ਸਕਦਾ ਹੈ? ਇਹ ਦੁਸ਼ਮਣਾਂ ਤੇ ਕਿਵੇਂ ਭਰੋਸਾ ਕਰ ਲਈਏ। ਇਨਕੇ ਕਹੇ ਕਹਾਂ ਇਤਬਾਰਾ ਇਹਨਾਂ ਦੇ ਕਹੇ ਤੇ ਕਾਹਦਾ ਇਤਬਾਰ ਮਾਤਾ ਜੀ। ਚਵਗੱਤਾ ਭੀ ਮੂਰਖ ਮੱਤਾ ਤੇ ਜਿਹੜਾ ਇਹਨਾਂ ਦਾ ਵੱਡਾ ਬਾਦਸ਼ਾਹ ਚਵਗੱਤਾ, ਉਹ ਇਹਨਾਂ ਸਾਰਿਆਂ ਮੂਰਖਾਂ ਦਾ ਸਰਦਾਰ ਹੈ। ਇਹ ਮੂਰਖ ਨੇ, ਇਹਨਾਂ ਸਾਰਿਆਂ ਦਾ ਸਰਦਾਰ ਇਹਨਾਂ ਦਾ ਮੂਰਖ ਮੱਤਾ ਚਵਗੱਤਾ ਨੁਰੰਗਾ ਹੈ। ਕਿਰਪਤ ਜੁਤ ਕੂਰੇ ਰਸ ਰੱਤਾ ਉਹ ਪਹਾੜੀ ਰਾਜਿਆਂ ਦੇ ਨਾਲ ਕੂੜੇ ਰਸ ਵਿੱਚ ਰਤਿਆ ਹੋਇਆ ਹੈ। ਨੈ ਥਿਰ ਬੁੱਧੀ ਚਪਲ ਅਜਾਨੇ ਇਹਨਾਂ ਦੀ ਬੁੱਧੀ ਥਿਰ ਨਹੀਂ ਹੈ ਮਾਤਾ, ਇਹ ਚਪਲ ਚੰਚਲਤਾਈ ਚਤਰਾਈ ਕਰਦੇ ਨੇ। ਇਨ ਕੋ ਕੂਰ ਇਨ ਹੈ ਕਰਹਾਨੇ ਇਹਨਾਂ ਦਾ ਝੂਠ ਇਹਨਾਂ ਨੂੰ ਹੀ ਮਾਰੇਗਾ, ਇਹਨਾਂ ਦਾ ਝੂਠ ਇਹਨਾਂ ਤੇ ਹੀ ਭਾਰੂ ਹੋਵੇਗਾ ਤੇ ਸੱਚ ਦੀ ਫਤਿਹ ਹੁੰਦੀ ਹੈ ਮਾਤਾ ਜੀ। ਸਿੰਘਾਂ ਨੂੰ ਵੀ ਮਹਾਰਾਜ ਜੀ ਨੇ ਕਿਹਾ ਤੇ ਫਿਰ ਜਦੋਂ ਬਾਰ-ਬਾਰ ਕਹਿੰਦੇ ਮਾਤਾ ਜੀ ਤੇ ਸਿੰਘ ਤੇ ਸਤਿਗੁਰੂ ਕਹਿੰਦੇ, ਫਿਰ ਵੇਖ ਲਓ ਪਹਿਲਾਂ ਇਹਨਾਂ ਦੀਆਂ ਕਸਮਾਂ ਤੇ ਹੀ ਭਰੋਸਾ ਕਰਕੇ ਵੇਖ ਲਓ। ਉਹ ਮਹਾਰਾਜ ਜੀ ਵਿਖਾ ਰਹੇ ਨੇ ਸਾਰੀ ਖੇਡ ਕਰਕੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗੁਰਦੁਆਰਾ ਨਾਨਕਸਰ ਕੁਟੀਆ ਤ੍ਰਿਪੜੀ ਵਿਖੇ ਅੱਜ ਰਾਤ ਦੇ ਜਿਹੜੇ ਸਮਾਗਮ ਹਨ 6:30 ਤੋਂ 9 ਵਜੇ ਤੱਕ ਭਾਈ ਭੁਪਿੰਦਰ ਸਿੰਘ ਜੀ ਗੁਰੂ ਕਾਂਸ਼ੀ ਵਾਲੇ, ਗਿਆਨੀ ਹਰਸਿਮਰਨ ਸਿੰਘ ਜੀ ਹਜੂਰੀ ਕਥਾਵਾਚੋ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਵਾਲੇ, ਔਰ ਕੱਲ ਨੂੰ ਵੀ ਗਿਆਨੀ ਹਰਸਿਮਰਨ ਸਿੰਘ ਜੀ ਹਾਜ਼ਰੀ ਭਰਨਗੇ। ਔਰ ਭਾਈ ਅਨੂਪ ਸਿੰਘ ਜੀ ਇਹ ਵੀ ਕੱਲ ਦੇ ਸਮੇਂ ਕੱਲ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰਨਗੇ। ਆਪ ਜੀ ਨੇ ਹਾਜ਼ਰੀਆਂ ਭਰਨੀਆਂ, ਗੁਰੂ ਜਸ ਸਰਵਣ ਕਰਨਾ। ਦੂਸਰੀ ਬੇਨਤੀ ਹੈ, ਧੰਨ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਦਿਹਾੜਾ ਆ ਰਿਹਾ 1 ਮਈ ਨੂੰ। ਉਹਦੇ ਸਬੰਧ ਵਿੱਚ ਪਟਿਆਲਾ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜਿੱਥੇ ਆਪਾਂ ਬੈਠੇ ਹਾਂ,
ਨੌਵੇਂ ਪਾਤਸ਼ਾਹ ਦੇ ਸਥਾਨ ਤੇ ਬਾਹਰ ਦੀਵਾਨ ਹਾਲ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਥਿਆ ਸਮਾਗਮ ਪਾਠ ਬੋਧ ਸਮਾਗਮ ਹੋ ਰਿਹਾ ਹੈ। 1 ਫਰਵਰੀ ਤੋਂ ਲੈ ਕੇ 16 ਮਾਰਚ ਤੱਕ ਵਿੱਚ 16 ਫਰਵਰੀ ਦੀ ਬਸੰਤ ਪੰਚਮੀ ਆ ਰਹੀ ਹੈ। 4 ਦਿਨ ਛੁੱਟੀ ਰਹੇਗੀ ਤੇ 40 ਦਿਨ ਇਹ ਪਾਠ ਬੋਧ ਸਮਾਗਮ ਚੱਲਣਾ ਹੈ। ਜਿਹੜੇ ਮਾਈ ਭਾਈ ਸੰਥਿਆ ਕਰਨਾ ਚਾਹੁੰਦੇ, ਪਾਠ ਬੋਧ ਦੇ ਸਮਾਗਮਾਂ ਵਿੱਚ ਹਾਜ਼ਰੀਆਂ ਭਰਨਾ ਚਾਹੁੰਦੇ ਹਨ, ਉਹ ਕਿਰਪਾ ਕਰਕੇ ਆਪਣੇ ਨਾਮ ਹੈਡ ਗ੍ਰੰਥੀ ਸਾਹਿਬ ਦੇ ਦਫ਼ਤਰ ਵਿੱਚ ਨੋਟ ਕਰਾ ਦਿਓ, ਤਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੈਂਚੀਆਂ ਦਾ, ਪੋਥੀਆਂ ਦਾ ਔਰ ਸਾਰਿਆਂ ਦੇ ਬੈਠਣ ਦਾ ਯੋਗ ਪ੍ਰਬੰਧ ਜਿਹੜਾ ਹੈ ਉਹ ਕੀਤਾ ਜਾ ਸਕੇ। ਸੈਂਚੀਆਂ ਜਿਹੜੀਆਂ ਨੇ ਉਹ ਗੁਰੂ ਘਰ ਵੱਲੋਂ ਮਿਲ ਗਈਆਂ, ਜਿਨ੍ਹਾਂ ਕੋਲ ਆਪਣੀਆਂ ਹਨ ਉਹ ਲਿਆ ਵੀ ਸਕਦੇ ਨੇ, ਨਹੀਂ ਤਾਂ ਗੁਰੂ ਘਰ ਵੱਲੋਂ ਇੱਥੋਂ ਸੈਂਚੀਆਂ ਜਿਹੜੀਆਂ ਨੇ ਉਹ ਪਾਠ ਵਾਸਤੇ, ਸੰਥਿਆ ਵਾਸਤੇ ਉਸ ਸਮਾਗਮ ਵਿੱਚ ਮਿਲਣਗੀਆਂ। 1 ਫਰਵਰੀ ਤੋਂ ਲੈ ਕੇ 16 ਮਾਰਚ ਤੱਕ ਇਹ ਪਾਠ ਬੋਧ ਸਮਾਗਮ ਹੋ ਰਿਹਾ ਹੈ, ਸੰਥਿਆ ਸਮਾਗਮ ਹੋ ਰਿਹਾ ਹੈ। ਆਪ ਜੀ ਹਾਜ਼ਰੀਆਂ ਭਰੋ, ਇਹ ਬੇਨਤੀ ਪ੍ਰਵਾਨ ਕਰਨੀ। ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾ ਦਿਨ ਰਾਤ, ਗੁਣ ਗਾਵਾ ਦਿਨ ਰਾਤ। ਨਾਨਕ ਚਾਉ ਇਹੋ, ਨਾਨਕ ਚਾਉ ਇਹੋ, ਨਾਨਕ ਚਾਉ ਇਹੋ, ਨਾਨਕ ਚਾਉ ਇਹੋ। ਵਾਹਿਗੁਰੂ ਵਾਹਿਗੁਰੂ, 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 ਵਾਹਿਗੁਰੂ ਵਾਹਿਗੁਰੂ। हे अच्युत हे पार ब्रह्म, अबनासी अघनास, हे पुरन हे सर्वमय, दुख पंजन गुणतास, हे संगी हे निरंकार, हे निर्गुण सब टेक, हे गोविंद हे गुण निधान, जाके सदा विवेक, हे अपरंपर हर हरे, है पी होवन हार, हे संतः कै सदा संग, निधारा आधार। हे ठाकुर हूँ दासरो, मैं निर्गुण गुण नहीं कोई, नानक दीजा नाम दान, रखो हिया परो आए प्रभ शरणागति, कृपा नित दयाल। एक अखर हर मन बस्त, नानक होत निहाल, वाहिगुरु नाम जहाज है, जड़े सो उतरे पार, जो शरदा कर सेवंदे, गुर पार उतारन हार। वाहिगुरु नाम जहाज है, जड़े सो उतरे पार, जो शरदा कर सेवंदे, गुर पार उतारन हार। वाहिगुरु जी का खालसा, वाहिगुरु जी की फतेह।